मेरा मुर्शिद प्यारा आया। कि दुआ फरियाद या कह लो कि अगर अपने मालिक ते ਅਸੀਂ ਵਿਸ਼ਵਾਸ ਰੱਖਦੇ ਨਾ ਯਕੀਨ ਰੱਖਦੇ ਆ ਤਾਂ ਫਿਰ ਡਾਕਟਰ ਨੇ ਜੋ ਸਾਨੂੰ ਦੱਸਣਾ ਹੈ ਉਹ ਸਾਡੇ ਹਾਲਾਤ ਨੂੰ ਦੇਖ ਕੇ ਦੱਸਣਾ ਹੈ। ਸਮਝਦੇ ਹੋ ਕਿ ਨਹੀਂ? ਹੁਣ ਡਾਕਟਰ ਨੇ ਕੀ ਦੱਸਣਾ ਹੈ? ਫਰਜ਼ ਕਰੋ ਤੁਹਾਡੇ ਬਲੱਡ 'ਚ ਕੋਈ ਇਨਫੈਕਸ਼ਨ ਹੈ ਤਾਂ ਡਾਕਟਰ ਨੇ ਕਹਿਣਾ ਟੈਸਟ ਕਰੋ, ਤਾਂ ਜੋ ਉਸ ਵੇਲੇ ਦੀ ਰਿਪੋਰਟ ਹੈ ਡਾਕਟਰ ਨੇ ਉਹਦੇ ਮੁਤਾਬਿਕ ਦੱਸਣਾ ਹੈ ਕਿ ਇਸ ਵੇਲੇ ਤੇਰੀ ਰਿਪੋਰਟ ਵਿੱਚ ਆ ਇਨਫੈਕਸ਼ਨ ਹੈ, ਤੇਰੀ ਸ਼ੂਗਰ ਇੰਨੀ ਹੈ, ਤੇਰਾ ਬੀਪੀ ਇੰਨਾ ਹੈ। ਯਾਨੀ ਜੋ ਉਸ ਵੇਲੇ ਦੇ ਹਾਲਾਤ ਹੈ ਡਾਕਟਰ ਨੇ ਉਹਦੇ ਮੁਤਾਬਿਕ ਸਾਨੂੰ ਦੱਸਣਾ ਹੈ ਕਿ ਕੰਮ ਹੋ ਸਕਦਾ ਜਾਂ ਨਹੀਂ ਹੋ ਸਕਦਾ। ਪਰ ਮਾਲਿਕ ਦੀ ਰਹਿਮਤ ਕੀ ਕਰਦੀ ਹੈ, ਮਾਲਿਕ ਦੀ ਕਿਰਪਾ ਕੀ ਕਰਦੀ ਹੈ? ਕਿਉਂਕਿ ਡਾਕਟਰ ਨੇ ਤੇ ਉਹ ਦੱਸਣਾ ਜੋ ਉਹਦੀ ਮਸ਼ੀਨ ਕਹਿੰਦੀ ਹੈ, ਪਰ ਫਕੀਰ ਉਹ ਦੱਸਦੇ ਆ ਜੋ ਮਾਲਿਕ ਦੀ ਰਹਿਮਤ ਕਰ ਸਕਦੀ ਹੈ। ਬਸ ਉੱਥੇ ਗੱਲ ਹੈ ਵਿਸ਼ਵਾਸ ਦੀ। ਤਾਂ ਹੀ ਤਾਂ ਅਸੀਂ ਕਈ ਵਾਰ ਦੱਸਿਆ ਕਿ ਜੀਸਸ ਕ੍ਰਾਈਸਟ ਨੇ ਵੀ ਕਿਹਾ ਹੈ ਕਿ ਪ੍ਰੇਅਰ ਇਜ਼ ਦਾ ਕੀ ਟੂ ਦਾ ਗੇਟ ਆਫ ਹੈਵਨ। ਕਿ ਇਨਸਾਨ ਦੀ ਜਿਹੜੀ ਪ੍ਰਾਰਥਨਾ ਹੈ ਨਾ, ਇਨਸਾਨ ਦੇ ਮੂੰਹ ਚੋਂ ਨਿਕਲਣ ਵਾਲੀ ਦੁਆ ਹੈ, ਜੋ ਅਰਦਾਸ ਹੈ, ਇਹਨੂੰ ਸਿਰਫ ਸ਼ਬਦ ਨਾ ਸਮਝੋ। ਜੇ ਤੁਹਾਡੇ ਅੰਦਰ ਵਿਸ਼ਵਾਸ ਹੈ ਤਾਂ ਤੁਹਾਡੇ ਮੂੰਹ ਚੋਂ ਨਿਕਲਣ ਵਾਲੇ ਜਿਹੜੇ ਸ਼ਬਦ ਹੈ ਇਹ ਕੁੰਜੀ ਬਣ ਕੇ ਜਾਂਦੇ ਹੈ, ਚਾਬੀ ਬਣ ਕੇ ਜਾਂਦੇ ਹੈ। ਔਰ ਪ੍ਰਮਾਤਮਾ ਦੇ ਘਰ ਦੀ ਜੋ ਰਹਿਮਤ ਦੀ ਦਰਵਾਜ਼ਾ ਹੈ ਨਾ, ਜੋ ਪ੍ਰਮਾਤਮਾ ਦੇ ਘਰ ਦਾ ਰਹਿਮਤ ਦਾ ਦਰਵਾਜ਼ਾ ਹੈ, ਇਹ ਸਮਝ ਲਓ ਇਹ ਸ਼ਬਦ ਉਹ ਚਾਬੀ ਬਣ ਕੇ ਜਾਂਦੇ ਉਹ ਰਹਿਮਤ ਦੇ ਦਰਵਾਜ਼ੇ ਦੀ। ਔਰ ਜਿਹਦੇ ਅੰਦਰ ਵਿਸ਼ਵਾਸ ਹੁੰਦਾ ਹੈ ਚਾਬੀ ਇਦਾਂ ਦੀ ਘੁੰਮਦੀ ਹੈ ਕਿ ਰਹਿਮਤ ਦੇ ਦਰਵਾਜ਼ੇ ਖੁੱਲ ਜਾਂਦੇ ਔਰ ਨਾਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ, ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਗੱਲ ਵਿਸ਼ਵਾਸ ਦੀ ਹੈ, ਗੱਲ ਯਕੀਨ ਦੀ ਹੈ। ਇੱਥੇ ਸਾਨੂੰ ਇੱਕ ਹੋਰ ਬੜੀ ਪਿਆਰੀ ਘਟਨਾ ਯਾਦ ਆ ਗਈ ਕਿ ਜਿਹੜੀ ਕਿ ਬੜੀ ਮਸ਼ਹੂਰ ਘਟਨਾ ਹੈ। ਇਹ ਘਟਨਾ ਹੈ ਇੱਕ ਐਸੇ ਇਨਸਾਨ ਦੇ ਜੀਵਨ ਦੀ ਜਿਹਦਾ ਨਾਮ ਸੀ ਵਿਲੀਅਮ ਟੋਲਸ। ਕੀ ਨਾਮ ਸੀ? ਵਿਲੀਅਮ ਟੋਲਸ। ਇਹ ਘਟਨਾ ਹੈ ਕਿ ਉਹ ਵਿਲੀਅਮ ਟੋਲਸ ਇਹ ਨੌ ਸੈਨਾ ਦਾ ਇੱਕ ਸਿਪਾਹੀ ਸੀ। ਨੌ ਸੈਨਾ ਪਤਾ ਨਾ ਕਿਹਨੂੰ ਕਹਿੰਦੇ ਆ? ਜਿੱਦਾਂ ਇੱਕ ਹੁੰਦੀ ਹੈ ਜਲ ਸੈਨਾ ਜੋ ਕਿ ਪਾਣੀ 'ਚ ਹੁੰਦੀ ਹੈ, ਇੱਕ ਥਲ ਸੈਨਾ, ਇੱਕ ਵਾਯੂ ਸੈਨਾ। ਇਹ ਜਲ ਸੈਨਾ ਜਿਹੜੀ ਹੁੰਦੀ ਉਹਨੂੰ ਨੌ ਸੈਨਾ ਕਹਿ ਦਿੰਦੇ। ਜਰਾ ਸਮਝਣਾ ਸਾਰਿਆਂ ਨੇ ਕਿ ਉਹਦਾ ਨਾ ਇੱਕ ਸਿਪਾਹੀ ਸੀ ਇਹ। ਤੇ ਇੱਕ ਦਿਨ ਆਪਣੇ ਜਹਾਜ਼ ਵਿੱਚ ਉਹ ਆਪਣੇ ਜੀਵਨ ਦੀ ਘਟਨਾ ਬਾਰੇ ਦੱਸਦੇ ਆ ਕਿ ਨੌ ਸੈਨਾ ਦਾ ਇਹ ਵਿਲੀਅਮ ਟੋਲਸ ਨਾ ਆਪਣੇ ਪਾਣੀ ਦੇ ਸਮੁੰਦਰੀ ਜਹਾਜ਼ ਵਿੱਚ ਜਾ ਰਿਹਾ ਤਾਂ ਤੜਕੇ 4 ਵਜੇ ਤੋਂ ਪਹਿਲਾਂ ਦੀ ਅੱਖ ਖੁੱਲੀ ਔਰ ਇਹ ਨਾ ਉੱਠ ਕੇ ਜਹਾਜ਼ ਦੇ ਬਾਹਰ ਚੱਕਰ ਲਾਉਣ ਲੱਗ ਪਿਆ। ਔਰ ਜਿੱਥੇ ਜਹਾਜ਼ ਦੀ ਰੇਲਿੰਗ ਹੁੰਦੀ ਹੈ, ਜਿੱਥੇ ਸਾਹਮਣੇ ਸਮੁੰਦਰ ਨਜ਼ਰ ਆਉਂਦਾ, ਉੱਥੇ ਰੇਲਿੰਗ ਕੋਲ ਖੜ ਕੇ ਇਹ ਸਮੁੰਦਰ ਨੂੰ ਦੇਖਣ ਲੱਗ ਗਿਆ। ਔਰ ਅਚਾਨਕ ਕੀ ਹੋਇਆ? ਕਹਿੰਦੇ ਜਹਾਜ਼ ਨੂੰ ਝਟਕਾ ਲੱਗਾ ਔਰ ਇਹਦਾ ਬੈਲੈਂਸ ਵਿਗੜਿਆ ਔਰ ਇਹ ਸਮੁੰਦਰ ਵਿੱਚ ਗਿਰ ਗਿਆ। ਹੁਣ ਜਦੋਂ ਸਮੁੰਦਰ 'ਚ ਗਿਰ ਗਿਆ, ਗਿਰਦੇ ਸਾਰ ਹੀ ਕਹਿੰਦੇ ਗਹਿਰਾਈ ਚਲਾ ਗਿਆ। ਜਾਨੀ ਜਦੋਂ ਬੰਦਾ ਗਿਰਦਾ ਤਾਂ ਪਾਣੀ ਦੀ ਗਹਿਰਾਈ ਜਾਂਦਾ। ਜੋ ਉੱਪਰ ਆਇਆ ਇਹਨਾਂ ਬੜੀਆਂ ਆਵਾਜ਼ਾਂ ਮਾਰੀਆਂ, ਪਰ ਉਸ ਵੇਲੇ ਬਾਕੀ ਸਾਰੇ ਇਹਦੇ ਸਾਥੀ ਸੁੱਤੇ ਪਏ ਸੀ ਕਿਉਂਕਿ ਤੜਕੇ 4 ਵਜੇ ਤੋਂ ਪਹਿਲਾਂ ਦਾ ਟਾਈਮ ਸੀ। 4 ਵਜੇ ਦੇ ਕਰੀਬ ਇਹ ਦੱਸਦਾ ਘਟਨਾ ਸੀ ਜਦੋਂ ਮੈਂ ਸਮੁੰਦਰ ਵਿੱਚ ਗਿਰ ਗਿਆ। ਮੈਂ ਬਹੁਤ ਇਸ਼ਾਰੇ ਕੀਤੇ, ਆਵਾਜ਼ਾਂ ਮਾਰੀਆਂ, ਪਰ ਸੁਣਨ ਵਾਲਾ ਕੋਈ ਨਹੀਂ ਸੀ ਕਿਉਂਕਿ ਜਹਾਜ਼ ਦੀ ਆਪਣੀ ਵੀ ਆਵਾਜ਼ ਬਹੁਤ ਹੁੰਦੀ ਹੈ। ਜਹਾਜ਼ ਅੱਗੇ ਚਲਾ ਗਿਆ ਤਾਂ ਮੈਂ ਪਰੇਸ਼ਾਨ ਹੋ ਗਿਆ ਕਿ ਹੁਣ ਐਡੇ ਵੱਡੇ ਵਿਸ਼ਾਲ ਸਮੁੰਦਰ ਵਿੱਚ ਜਿੱਥੇ ਕਿਨਾਰਾ ਹੀ ਕੋਈ ਨਹੀਂ ਹੈ ਕਿ ਮੈਂ ਹੁਣ ਜਾਵਾਂ ਕਿੱਧਰ ਨੂੰ। ਕਹਿੰਦੇ ਉਸ ਵੇਲੇ ਵਿਲੀਅਮ ਟੋਲਸ ਦੱਸਦਾ ਹੈ ਕਿ ਉਸ ਵੇਲੇ ਮੈਨੂੰ ਇੱਕੋ ਹੀ ਰਸਤਾ ਨਜ਼ਰ ਆਇਆ, ਇੱਕੋ ਹੀ ਰਸਤਾ ਨਜ਼ਰ ਆਇਆ ਕਿ ਮੈਂ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਚਾਰੋਂ ਪਾਸੇ ਕੋਈ ਨਾ ਟਾਪੂ ਸੀ, ਨਾ ਹੀ ਕੋਈ ਜ਼ਮੀਨ ਦਾ ਨਾਮੋ ਨਿਸ਼ਾਨ ਸੀ। ਮੈਂ ਸਮੁੰਦਰ ਦੇ ਗੱਭੇ ਗਿਰਿਆ ਹੋਇਆ ਸੀ ਪਾਣੀ 'ਚ। ਇਹ ਤਾਂ ਮੇਰੇ ਲਾਈਫ ਜੈਕਟ ਪਾਈ ਹੋਈ ਸੀ ਜਿਹਨਾਂ ਮੈਨੂੰ ਥੋੜਾ ਬਚਾਇਆ ਹੋਇਆ ਸੀ। ਲਾਈਫ ਜੈਕਟ ਤੁਸੀਂ ਸਮਝਦੇ ਹੋ ਨਾ, ਇੱਕ ਜੈਕਟ ਹੁੰਦੀ ਹੈ ਜੇ ਥੋੜੀ ਹਵਾ ਭਰੀ ਹੁੰਦੀ ਤਾਂ ਕਿ ਬੰਦਾ ਡੁੱਬੇ ਨਾ। ਉਹ ਕਹਿੰਦਾ ਲਾਈਫ ਜੈਕਟ ਦੇ ਸਹਾਰੇ ਮੈਂ ਸਮੁੰਦਰ ਦੇ ਵਿੱਚ ਡੁੱਬ ਤਾਂ ਨਹੀਂ ਸਕਦਾ ਸੀ, ਪਰ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਜਾਵਾਂ ਕਿੱਧਰ ਨੂੰ। ਔਰ ਅਗਰ ਇਦਾਂ ਹੀ ਹਾਲਾਤ ਰਹੇ ਮੈਂ ਤਾਂ ਇੱਥੇ ਮਰ ਜਾਣਾ ਹੈ। ਫਿਰ ਕਹਿੰਦੇ ਜਦੋਂ ਮੈਂ ਦੇਖਿਆ ਚਾਰੋਂ ਪਾਸੇ ਕੋਈ ਸਹਾਰਾ ਨਹੀਂ ਹੈ, ਕੋਈ ਕਿਨਾਰਾ ਨਹੀਂ ਹੈ, ਕੋਈ ਮੈਨੂੰ ਸੰਭਾਲਣ ਵਾਲਾ ਨਹੀਂ ਹੈ, ਤਾਂ ਫਿਰ ਉਸ ਵੇਲੇ ਮੇਰਾ ਧਿਆਨ ਇੱਕ ਤਰਫ ਗਿਆ। ਪਤਾ ਕਿੱਧਰ ਗਿਆ? ਉੱਪਰ। कि बेशक ऐसले ना मेरे दाएं कोई है ना बाएं कोई है, ना अगे कोई है ना पीछे कोई है, पर ऊपर एक शक्ति ऐसी है कि अगर मैं ओनू पुकारा तो मेरी मदद जरूर करेगी। कहते फिर मैं उस वेले होर कुछ नहीं कर सकता सी, बस अपने ईश्वर ने कोई गल कही कि हे ईश्वर, हे गॉड, तू बड़ा मेहरबान है, मैनू बचा लै, मैनू बचा लै, मैनू बचा लै। कहता लगातार मेरे अंदरों यही शब्द निकल रहे थे, बहुत मेहरबान है, मेरी मदद कर, प्लीज गॉड हेल्प मी, प्लीज गॉड हेल्प मी, ते तू सिवा मैनू कोई इत्थे बचा नहीं सकता। कहता मैं प्रार्थना कर रहा सी, इदां ही प्रार्थना कर रहा सी। तड़के 4 बजे का गिरिया, दोपहर हो गई। मैं गॉड नहीं कह रहा कि अचानक
ਦੁਪਹਿਰ ਦਾ ਸਮਾਂ ਜਦੋਂ ਹੋਇਆ 2:30-3 ਵਜੇ ਦਾ ਟਾਈਮ, 4 ਵਜੇ ਤੋਂ 3 ਵਜ ਗਏ, ਤਾਂ ਕਹਿੰਦੇ ਦੇਖਿਆ ਕਿ ਜਹਾਜ਼ ਆ ਰਿਹਾ ਹੈ, ਮਾਲ ਵਾਲਾ ਜਹਾਜ਼, ਕਿਉਂਕਿ ਸਮੁੰਦਰੀ ਜਹਾਜ਼ ਉਹ ਵੀ ਹੁੰਦੇ ਜਿੱਤੇ ਬੜੇ ਬੜੇ ਟੈਂਕਰ ਜਾਂ ਕੈਂਟਰ ਰੱਖੇ ਹੁੰਦੇ ਆ ਜਿਹਨਾਂ 'ਚ ਮਾਲ ਹੁੰਦਾ ਹੈ। ਉਹ ਮਾਲ ਵਾਲਾ ਜਹਾਜ਼ ਉੱਥੇ ਗੁਜ਼ਰਿਆ, ਉੱਥੇ ਉਹਦੇ ਜੋ ਜਹਾਜ਼ੀ ਸੀ ਉਹਨਾਂ ਦੀ ਨਜ਼ਰ ਜਦੋਂ ਇੱਥੇ ਗਈ ਤਾਂ ਉਹਨਾਂ ਨੇ ਇਹਨੂੰ ਬਚਾਇਆ, ਉਹਨਾਂ ਨੇ ਇਸ ਨੂੰ ਬਚਾਇਆ। ਔਰ ਜਦੋਂ ਬਚਾ ਕੇ ਇਹਨੂੰ ਡੈਕ ਤੇ ਲਿਆਂਦਾ ਨਾ, ਜਹਾਜ਼ ਦੇ ਡੈਕ ਤੇ, ਤਾਂ ਇਹਨਾਂ ਸਭ ਤੋਂ ਪਹਿਲਾਂ ਆਪਣੇ ਈਸ਼ਵਰ ਦਾ ਸ਼ੁਕਰੀਆ ਕੀਤਾ। ਕਹਿੰਦਾ ਸ਼ੁਕਰੀਆ ਮੇਰੇ ਮਾਲਿਕ, ਸ਼ੁਕਰੀਆ ਪ੍ਰਮਾਤਮਾ, ਸ਼ੁਕਰੀਆ ਗॉड, ਥੈਂਕ ਯੂ, ਕਿਉਂਕਿ ਤੂੰ ਮੈਨੂੰ ਬਚਾ ਲਿਆ। ਮੈਂ ਤੇਰੇ ਅੱਗੇ ਪ੍ਰਾਰਥਨਾ ਕੀਤੀ ਸੀ, ਤੂੰ ਮੈਨੂੰ ਬਚਾ ਲਿਆ। ਹੁਣ ਕਿਹਾ ਜਾਂਦਾ ਹੈ ਕਿ ਜਦੋਂ ਉਹਨੂੰ ਬਚਾਇਆ, ਜਹਾਜ਼ ਦੇ ਕੈਪਟਨ ਨੇ ਉਹਦੇ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਮੈਂ ਇੱਕ ਨੌ ਸੈਨਾ ਦਾ ਅਧਿਕਾਰੀ ਹਾਂ, ਯਾਨੀ ਸਿਪਾਹੀ ਹਾਂ। ਜਦੋਂ ਉਹਨੂੰ ਨੌ ਸੈਨਾ ਦੇ ਹਵਾਲੇ ਕੀਤਾ ਗਿਆ ਨਾ, ਯਾਨੀ ਤਾਂ ਨੌ ਸੈਨਾ ਦਾ ਜੋ ਮੇਨ ਸੀ, ਉਹਨਾਂ ਕਿਹਾ ਇਸ ਕੈਪਟਨ ਦੀ ਵਜ੍ਹਾ ਨਾਲ ਸਾਡੇ ਇੱਕ ਸੈਨਿਕ ਦੀ ਜਾਨ ਬਚੀ, ਅਸੀਂ ਇਹਨੂੰ ਸਨਮਾਨਿਤ ਕਰਨਾ ਹੈ ਕੈਪਟਨ ਨੂੰ। ਇਸ ਲਈ ਕਹਿੰਦੇ ਆਪਣੀ ਸਭਾ 'ਚ ਬੁਲਾ ਕੇ ਉਹ ਜਹਾਜ਼ ਦੇ ਕੈਪਟਨ ਨੂੰ ਜਦੋਂ ਸਨਮਾਨਿਤ ਕਰਨ ਵਾਸਤੇ ਮਾਈਕ ਤੇ ਬੁਲਾਇਆ ਗਿਆ ਤਾਂ ਉਹਨੂੰ ਪੁੱਛਿਆ, ਉਹ ਨੌ ਸੈਨਾ ਦੇ ਅਧਿਕਾਰੀ ਨੇ, ਜਿਹੜਾ ਮੇਨ ਵੱਡਾ ਅਫਸਰ ਸੀ, ਕਿ ਇੱਕ ਗੱਲ ਦੱਸੋ, ਤੁਸੀਂ ਮਾਲ ਵਾਲੇ ਜਹਾਜ਼ ਨੂੰ ਲੈ ਕੇ ਉੱਧਰ ਕਿੱਧਰ ਜਾ ਰਹੇ ਸੀ? ਹਾਲਾਂਕਿ ਉੱਧਰ ਤਾਂ ਕੋਈ ਰਸਤਾ ਹੈ ਹੀ ਨਹੀਂ, ਤੁਹਾਡਾ ਰੋਡ ਤਾਂ ਕੋਈ, ਯਾਨੀ ਤੁਹਾਡਾ ਮਾਰਗ ਤਾਂ ਕੋਈ ਹੋਰ ਸੀ, ਤੁਸੀਂ ਉੱਧਰ ਕਿੱਦਾਂ ਪਹੁੰਚ ਗਏ? ਤਾਂ ਕੈਪਟਨ ਨੇ ਇੱਕ ਗੱਲ ਕਹੀ, ਕਹਿੰਦਾ ਮੈਨੂੰ ਅੱਜ ਤੱਕ ਸਮਝ ਨਹੀਂ ਆਉਂਦੀ। ਇਹ ਗੱਲ ਨੂੰ 15 ਦਿਨ ਹੋ ਗਏ, ਕਿਉਂਕਿ 15 ਦਿਨਾਂ ਬਾਅਦ ਉਹਦੇ ਸਨਮਾਨ ਵਿੱਚ ਸਮਾਰੋਹ ਰੱਖਿਆ ਗਿਆ ਸੀ। ਕਹਿੰਦਾ ਮੈਂ ਅੱਜ ਤੱਕ ਨਹੀਂ ਮੈਨੂੰ ਸਮਝ ਆਉਂਦੀ ਕਿ ਤੜਕੇ ਦਾ ਸਮਾਂ ਸੀ, ਮੇਰਾ ਜਹਾਜ਼ ਆਪਣੀ ਸਹੀ ਦਿਸ਼ਾ 'ਚ ਜਾ ਰਿਹਾ ਸੀ, ਮੈਂ ਸੁੱਤਾ ਪਿਆ ਸੀ, ਪਤਾ ਨਹੀਂ ਅਚਾਨਕ ਮੈਨੂੰ ਕੀ ਹੋਇਆ, ਮੈਂ ਉੱਠਿਆ ਔਰ ਆਪਣੇ ਜਹਾਜ਼ ਨੂੰ ਸਹੀ ਦਿਸ਼ਾ ਦੀ ਤਰਫੋਂ ਮੈਂ ਉਹਨੂੰ ਇੱਧਰ ਨੂੰ ਮੋੜ ਦਿੱਤਾ ਔਰ 200 ਮੀਲ ਦਾ ਸਫ਼ਰ ਕਰਕੇ ਅਸੀਂ ਟੋਲਸ ਤੱਕ ਪਹੁੰਚੇ, ਵਿਲੀਅਮ ਟੋਲਸ ਤੱਕ ਪਹੁੰਚੇ, ਇਹਨੂੰ ਬਚਾਇਆ। ਕਹਿੰਦਾ ਮੈਨੂੰ ਅੱਜ ਤੱਕ ਸਮਝ ਨਹੀਂ ਆਉਂਦੀ ਉਹ ਕਿਹੜੀ ਸ਼ਕਤੀ ਸੀ ਜਿਹਨਾਂ ਮੈਨੂੰ ਸਹੀ ਦਿਸ਼ਾ ਤੇ ਜਾਂਦਿਆਂ ਨੂੰ ਮੈਨੂੰ ਜਹਾਜ਼ ਮੋੜਨ ਤੇ ਮਜਬੂਰ ਕਰ ਦਿੱਤਾ। ਕਹਿੰਦਾ ਮੈਨੂੰ ਅੱਜ ਤੱਕ ਸਮਝ ਨਹੀਂ ਆਈ। ਹੁਣ ਜਦੋਂ ਇੱਥੇ ਕਹਾਣੀ ਉਹਨਾਂ ਲਿਖੀ ਹੈ ਕਿ ਉਹ ਕਹਿੰਦਾ ਮੈਨੂੰ ਅੱਜ ਤੱਕ ਸਮਝ ਨਹੀਂ ਆਈ, ਤਾਂ ਅਸੀਂ ਇੱਥੇ ਕਹਿਣਾ ਚਾਹਾਂਗੇ ਕਿ ਉਹ ਕੈਪਟਨ ਤਾਂ ਕਹਿੰਦਾ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਮੈਂ ਸਹੀ ਦਿਸ਼ਾ ਵੱਲ ਜਾਂਦਿਆਂ ਆਪਣਾ ਜਹਾਜ਼ ਕਿੱਦਾਂ ਇੱਧਰ ਨੂੰ ਮੋੜ ਦਿੱਤਾ ਔਰ ਟੋਲਸ ਕੋ ਕਿੱਦਾਂ ਪਹੁੰਚ ਗਏ। ਕਹਿੰਦਾ ਮੈਨੂੰ ਖੁਦ ਨਹੀਂ ਸਮਝ ਆਉਂਦੀ। ਹੁਣ ਕੈਪਟਨ ਨੂੰ ਤਾਂ ਸਮਝ ਨਹੀਂ ਆਈ, ਪਰ ਸਾਨੂੰ ਯਕੀਨ ਹੈ ਤੁਹਾਨੂੰ ਸਮਝ ਜ਼ਰੂਰ ਆ ਗਈ ਹੋਏਗੀ ਕਿ ਉਹ ਕਿਹੜੀ ਸ਼ਕਤੀ ਸੀ ਜਿਹਨੇ ਉਹਨੂੰ ਮੁੜਨ ਤੇ ਮਜਬੂਰ ਕਰ ਦਿੱਤਾ। ਔਰ ਇਹ ਕੋਈ ਉਦਾਂ ਹੀ ਕਹਾਣੀ ਨਹੀਂ ਹੈ, ਇਹ ਕੁਝ ਐਸੀਆਂ ਇਤਿਹਾਸ ਦੀਆਂ ਘਟਨਾਵਾਂ ਹੈ ਜਿਹੜੀਆਂ ਦੱਸਦੀਆਂ ਹੈ ਕਿ ਅਗਰ ਸੱਚੇ ਦਿਲੋਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਜਾਵੇ ਕਿ ਐ ਮੇਰੇ ਮਾਲਿਕ, ਐ ਪ੍ਰਮਾਤਮਾ, ਐ ਗॉड ਪਲੀਜ਼ ਹੈਲਪ ਮੀ, ਮੇਰੀ ਮਦਦ ਕਰ, ਮੈਨੂੰ ਰਸਤਾ ਦਿਖਾ, ਮੇਰੀ ਸਹਾਇਤਾ ਕਰ, ਕਿਉਂਕਿ ਤੇਤੋਂ ਸਿਵਾ ਕੋਈ ਮੈਨੂੰ ਬਚਾ ਨਹੀਂ ਸਕਦਾ, ਤੇਤੋਂ ਸਿਵਾ ਕੋਈ ਮੈਨੂੰ ਸਹਾਰਾ ਦੇ ਨਹੀਂ ਸਕਦਾ, ਕਿਉਂਕਿ ਸਭ ਦਾ ਸਹਾਰਾ ਇੱਕ ਤੂੰ ਹੀ ਹੈ। ਜਦੋਂ ਇਸ ਵਿਸ਼ਵਾਸ ਨਾਲ ਅਸੀਂ ਆਪਣੇ ਮਾਲਿਕ ਅੱਗੇ ਪ੍ਰਾਰਥਨਾ ਕਰਦੇ ਆ ਤਾਂ ਫਿਰ ਉਹਦੀ ਰਹਿਮਤ ਸਾਨੂੰ ਬਚਾਉਣ ਵਾਸਤੇ ਜ਼ਰੂਰ ਆਉਂਦੀ ਹੈ। ਜਿੱਦਾਂ ਅਸੀਂ ਕਹੀਦਾ ਨਾ, ਬੁੱਲਿਆ ਰੱਬ ਤੇ ਰੱਖ ਭਰੋਸਾ, ਨਾ ਫਿਰ ਡਾਮਾ ਡੋਲ, ਇੱਕ ਭਰੋਸਾ ਰਹਿਮਤ ਵਾਲੇ ਕਈ ਦਰ ਦਿੰਦਾ। ਹੁਣ ਦੇਖੋ ਵਿਲੀਅਮ ਟੋਲਸ ਨੇ ਉਧਰ ਬੇਨਤੀ ਕੀਤੀ, ਕਿਉਂਕਿ ਕਹਿੰਦਾ ਹੋਰ ਕੋਈ ਨਹੀਂ ਹੁਣ ਮੈਨੂੰ ਬਚਾ ਸਕਦਾ, ਕਿਉਂਕਿ ਚਾਰੋਂ ਪਾਸੇ ਕਿਨਾਰਾ ਹੀ ਕੋਈ ਹੈ ਨਹੀਂ, ਹੁਣ ਤਾਂ ਇੱਕੋ ਹੀ ਸ਼ਕਤੀ ਹੈ ਜੋ ਮੈਨੂੰ ਇੱਥੇ ਬਚਾ ਸਕਦੀ ਹੈ। ਹੁਣ ਇਹਨਾਂ ਇੱਧਰ ਪ੍ਰਾਰਥਨਾ ਕੀਤੀ, ਉਧਰੋਂ ਕੈਪਟਨ ਕਹਿੰਦਾ ਮੈਨੂੰ ਨਹੀਂ ਪਤਾ ਕਿੱਦਾਂ ਮੈਂ ਆਪਣੀ ਸਹੀ ਦਿਸ਼ਾ ਨੂੰ ਛੱਡ ਕੇ ਜਹਾਜ਼ ਨੂੰ ਮੋੜ ਲਿਆ। ਇੱਧਰ ਇਹਨਾਂ ਪ੍ਰਾਰਥਨਾ ਕੀਤੀ, ਉਹ ਕਿਹੜੀ ਸ਼ਕਤੀ ਸੀ? ਅਸੀਂ ਕਹਾਂਗੇ ਉਹਦੀਆਂ ਦੁਆਵਾਂ ਦੀ ਸ਼ਕਤੀ ਸੀ, ਉਹਦੀਆਂ ਫਰਿਆਦਾਂ ਦੀ ਸ਼ਕਤੀ ਸੀ ਜੋ ਰੱਬ ਤੱਕ ਪਹੁੰਚੀ ਤਾਂ ਰੱਬ ਨੇ ਉਹ ਜਹਾਜ਼ ਦੇ ਕੈਪਟਨ ਨੂੰ ਜਹਾਜ਼ ਮੋੜਨ ਤੇ ਮਜਬੂਰ ਕਰ ਦਿੱਤਾ ਔਰ ਉਹ ਪਹੁੰਚ ਗਿਆ ਟੋਲਸ ਤੱਕ ਔਰ ਉਹਦੀ ਜਾਨ ਬਚਾਈ। ਜਰਾ ਸਮਝੋ, ਇਹ ਪ੍ਰਾਰਥਨਾ ਦੀ ਸ਼ਕਤੀ ਹੈ। ਔਰ ਆਪਣੇ ਜੀਵਨ 'ਚ ਅਸੀਂ ਕਹਿਣਾ ਚਾਹਾਂਗੇ, ਅਸੀਂ ਆਪਣੇ ਜੀਵਨ ਦੀ ਵੀ ਗੱਲ ਕਰੀਏ ਕਿ ਸਾਨੂੰ ਅਗਰ ਆਪਣੇ ਜੀਵਨ ਨੂੰ ਦੇਖਿਆ ਜਾਵੇ ਨਾ ਤਾਂ ਸਾਨੂੰ ਪ੍ਰਾਰਥਨਾ ਅਰਦਾਸ ਦੀ ਸ਼ਕਤੀ ਤੇ ਆਪਣੇ ਮਾਲਿਕ ਤੇ ਪੂਰਨ ਵਿਸ਼ਵਾਸ ਹੈ। ਜਿੱਦਾਂ ਬੰਦਾ ਕਹਿੰਦਾ 100%, ਅਸੀਂ ਕਹਾਂਗੇ 100 ਵੀ ਛੱਡੋ, 100% ਸਾਨੂੰ ਆਪਣੇ ਮਾਲਿਕ ਦੀ ਸ਼ਕਤੀ ਤੇ, ਮਾਲਿਕ ਦੀ ਤਾਕਤ ਤੇ, ਤਾਂ ਆਪਣੀਆਂ ਦੁਆਵਾਂ ਤੇ ਵਿਸ਼ਵਾਸ ਹੈ। ਕੀ ਤੁਹਾਨੂੰ ਹੈ? ਕਿਹਨੂੰ ਹੈ? ਸਾਨੂੰ ਤਾਂ ਹੈ, ਕਿਉਂਕਿ 101 ਨਹੀਂ, 101 ਵੀ ਇਹ ਕਹਿੰਦੇ ਉਹਦੇ ਸਾਹਮਣੇ ਥੋੜਾ ਹੈ। ਉੱਥੇ ਤਾਂ ਲੱਖਾਂ ਦੀ ਮੇਅਰਮੈਂਟ ਕਰਨ ਵਾਲੇ ਹੋਏ ਨਾ, ਲੱਖਾਂ ਕਰੋੜਾਂ, ਅਸੀਂ ਕਹਾਂਗੇ ਲੱਖਾਂ ਕਰੋੜਾਂ ਅਰਬਾਂ ਖਰਬ ਵੀ ਛੋਟੇ ਪੈ ਜਾਣਗੇ। ਸਾਨੂੰ ਇੰਨਾ ਵਿਸ਼ਵਾਸ ਹੈ ਆਪਣੇ ਮਾਲਿਕ ਤੇ ਔਰ ਆਪਣੇ ਮਾਲਿਕ ਦੇ ਉਸ ਬਚਨ ਤੇ ਕਿ ਤੂੰ ਵਿਸ਼ਵਾਸ ਨਾਲ ਮੰਗ, ਵਿਸ਼ਵਾਸ ਰੱਖ, ਮੈਂ ਤੈਨੂੰ ਹਰ ਮੁਸ਼ਕਿਲ ਤੋਂ ਬਚਾਊਂਗਾ ਕਿਉਂਕਿ ਮੈਂ ਤੇਰਾ ਪਿਤਾ ਹਾਂ। ਇਹ ਕੋਈ ਛੋਟੀ ਗੱਲ ਨਹੀਂ ਹੈ। ਤੁਸੀਂ ਇੱਕ ਬੱਚੇ ਨੂੰ ਜਦੋਂ ਕਹਿ ਦਿੰਦੇ ਹੋ ਨਾ ਕਿ ਬੇਟਾ ਫਿਕਰ ਨਾ ਕਰ, ਮੈਂ ਤੇਰੇ ਨਾਲ ਹਾਂ, ਮੈਂ ਤੇਰਾ ਪਿਤਾ ਹੈ, ਇਹ ਬੱਚੇ ਨੂੰ ਪਤਾ ਕਿ ਉਹਨੂੰ ਕੀ ਹਿੰਮਤ ਮਿਲਦੀ ਹੈ।
ਤਾਂ ਇੱਥੇ ਤਾਂ ਖੁਦ ਪਰਮਾਤਮਾ, ਖੁਦ ਪ੍ਰਭੂ, ਖੁਦ ਉਹ ਸਾਡਾ ਜਨਮਦਾਤਾ, ਉਹ ਮਾਲਿਕ ਸਾਨੂੰ ਕਹਿ ਰਿਹਾ ਹੈ ਕਿ ਮੇਰੇ ਬੱਚੇ ਘਬਰਾ ਨਾ, ਫਿਕਰ ਨਾ ਕਰ। ਜਦ ਵੀ ਕੋਈ ਮੁਸ਼ਕਿਲ ਆਵੇ ਤਾਂ ਕਦੀ ਆਪਣੇ ਆਪ ਨੂੰ ਕੱਲਾ ਨਹੀਂ ਸਮਝਣਾ, ਕਦੀ ਆਪਣੇ ਆਪ ਨੂੰ ਨਿਰਾਸ਼ਾ ਦੀ ਤਰਫ ਲੈ ਕੇ ਨਹੀਂ ਜਾਣਾ, ਬਲਕਿ ਇੱਕ ਵਿਸ਼ਵਾਸ ਰੱਖਣਾ ਹੈ, ਇੱਕ ਆਸ ਰੱਖਣੀ ਹੈ, ਇੱਕ ਉਮੀਦ ਰੱਖਣੀ ਹੈ, ਇੱਕ ਯਕੀਨ ਰੱਖਣਾ ਹੈ ਕਿ ਮੇਰਾ ਪਿਤਾ ਮੈਨੂੰ ਜੀਵਨ ਦੇਣ ਵਾਲਾ, ਮੇਰਾ ਮਾਲਿਕ ਮੇਰੇ ਹੁਣ ਵਿਲੀਅਮ ਟੋਲਸ ਨੇ ਵਿਸ਼ਵਾਸ ਕੀਤਾ, ਯਕੀਨ ਸੀ, ਇਸ ਲਈ ਉਹ ਕਹਿੰਦਾ ਰਿਹਾ ਪਲੀਜ਼ ਗੋਡ ਹੈਲਪ ਮੀ, ਤੂੰ ਬਹੁਤ ਮਿਹਰਬਾਨ ਹੈ, ਬਹੁਤ ਦਿਆਲੂ, ਮੇਰੀ ਮਦਦ ਕਰ। ਤਾਂ ਦੇਖੋ ਜੇ ਵਿਸ਼ਵਾਸ ਸੀ ਤਾਂ ਨਹੀਂ ਤਾਂ 200 ਮੀਲ ਦਾ ਸਫ਼ਰ ਕੋਈ ਛੋਟਾ ਨਹੀਂ ਹੁੰਦਾ, 200 ਕਿਲੋਮੀਟਰ। ਕਹਿੰਦਾ ਕੈਪਟਨ ਦੱਸਦਾ 200 ਕਿਲੋਮੀਟਰ ਅਸੀਂ ਆਪਣੇ ਰਸਤੇ ਤੋਂ ਰਸਤਾ ਬਦਲ ਕੇ 200 ਕਿਲੋਮੀਟਰ ਦੂਰ ਇਹਦੇ ਤੱਕ ਪਤਾ ਨਹੀਂ ਕਿੱਦਾਂ ਪਹੁੰਚੇ। ਕਹਿੰਦਾ ਮੈਨੂੰ ਆਪ ਨਹੀਂ ਸਮਝ ਆਉਂਦੀ ਕਿਹੜੀ ਸ਼ਕਤੀ ਮੈਨੂੰ ਇੱਥੇ ਤੱਕ ਲੈ ਗਈ, ਜਰਾ ਸਮਝਣਾ। ਹੁਣ ਇਹੀ ਸ਼ਕਤੀ ਹੈ ਉਹ ਪ੍ਰਮਾਤਮਾ ਦੀ ਸ਼ਕਤੀ, ਇਨਸਾਨ ਦੀਆਂ ਸੱਚੇ ਦਿਲੋਂ ਕੀਤੀਆਂ ਦੁਆਵਾਂ ਦੀ ਸ਼ਕਤੀ। ਬਸ ਤੁਸੀਂ ਫਰਿਆਦ ਕਰੋ ਯਕੀਨ ਰੱਖ ਕੇ, ਵਿਸ਼ਵਾਸ ਰੱਖ ਕੇ, ਬਾਕੀ ਉੱਤੇ ਛੱਡ ਦਿਓ। ਉਹਨਾਂ ਹਵਾਵਾਂ ਨੂੰ ਕਿੱਦਾਂ ਬਦਲ ਦੇਣਾ ਹੈ, ਉਹਨਾਂ ਮੌਸਮ ਨੂੰ ਕਿੱਦਾਂ ਬਦਲ ਦੇਣਾ ਹੈ, ਉਹਨਾਂ ਹਾਲਾਤਾਂ ਨੂੰ ਕਿੱਦਾਂ ਬਦਲ ਦੇਣਾ, ਇਹ ਉਹਦੇ ਹੱਥ 'ਚ ਹੈ। ਇੱਥੇ ਬੰਦਾ ਕੁਝ ਨਹੀਂ ਕਰ ਸਕਦਾ। ਬੰਦੇ ਨੇ ਤਾਂ ਬਸ ਇੱਕੋ ਹੀ ਕੰਮ ਕਰਨਾ ਹੈ, ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਰੱਖਣਾ ਹੈ, ਯਕੀਨ ਰੱਖਣਾ ਹੈ, ਭਰੋਸਾ ਰੱਖਣਾ ਹੈ, ਕਿਉਂਕਿ ਵਿਸ਼ਵਾਸ ਨਾਲ ਕੀਤੀ ਹੋਈ ਪ੍ਰਾਰਥਨਾ ਕਦੀ ਵਿਅਰਥ। ਇਸ ਲਈ ਅਸੀਂ ਇੱਕ ਸ਼ੇਰ ਬੋਲੀਦਾ ਹੈ ਇਹ ਪ੍ਰਾਰਥਨਾ ਨੂੰ ਲੈ ਕੇ, ਦੁਆ ਨੂੰ ਲੈ ਕੇ, ਕਿ ਇਹ ਜਿਹੜੀ ਦੁਆ ਹੈ ਨਾ ਇਨਸਾਨ ਦੀ, ਇਹਦੇ ਬੇਸ਼ੱਕ ਪੰਖ ਨਹੀਂ ਹੁੰਦੇ। ਬੋਲੋ ਸਮਝਦੇ ਹੋ ਕਿ ਨਹੀਂ? ਕਹਿੰਦੇ ਦਿਲ ਸੇ ਨਿਕਲਤੀ ਹੈ ਜੋ ਬਾਤ ਅਸਰ रखती है, दिल से निकलती है जो बात असर रखती है, पर नहीं परवाज़े हुनर मगर रखती है। कि ये जिहड़ी साडी दिल चों निकलण वाली आवाज है ना, कहंदे ਇਹਦੇ 'ਚ ਬੜੀ ਸ਼ਕਤੀ ਹੈ, ਇਹਦੇ ਬੇਸ਼ੱਕ ਪਰ ਨਹੀਂ ਹੁੰਦੇ, ਪਰ ਪਰਵਾਜ਼ੇ ਹੁਨਰ, ਪਰਵਾਜ਼ ਕਹਿੰਦੇ ਉਚਾਈਆਂ ਤੱਕ ਜਾਣ ਦੀ ਸ਼ਕਤੀ ਇਹਦੇ ਅੰਦਰ ਹੈ। ਜਿਹਦਾ ਬੰਦਾ ਕਹਿੰਦਾ ਮੇਰੇ ਅੰਦਰ ਆ ਹੁਨਰ ਹੈ, ਹੁਨਰ ਦਾ ਮਤਲਬ ਆ ਗੁਣ ਹੈ। ਇਸ ਲਈ ਤੁਹਾਡੀਆਂ ਪ੍ਰਾਰਥਨਾਵਾਂ ਅੰਦਰ ਬੜੀ ਕੀ ਹੈ, ਇਸ ਲਈ ਆਪਣੀ ਪ੍ਰਾਰਥਨਾ ਦੀ ਸ਼ਕਤੀ ਤੇ ਪਹਿਲਾਂ ਵਿਸ਼ਵਾਸ ਕਰਨਾ ਸਿੱਖੋ। ਇਸ ਲਈ ਫਿਰ ਕਵਾਂਗੇ ਕਿ ਸਾਨੂੰ ਦੁਆ ਦੀ ਸ਼ਕਤੀ ਤੇ, ਅਰਦਾਸ ਦੀ ਸ਼ਕਤੀ ਤੇ ਪੂਰਾ ਯਕੀਨ ਹੈ। ਬਸ ਹੁਣ ਲੋੜ ਹੈ ਤੁਸੀਂ ਵੀ ਅਰਦਾਸ ਦੀ ਸ਼ਕਤੀ ਨੂੰ, ਪ੍ਰਾਰਥਨਾ ਦੀ ਸ਼ਕਤੀ ਨੂੰ। ਔਰ ਪ੍ਰਾਰਥਨਾ ਕਿਹਨੂੰ ਕਿਹਾ ਜਾਂਦਾ ਹੈ? ਇੱਕ ਉਹ ਚੀਜ਼ ਹੁੰਦੀ ਹੈ ਜਦੋਂ ਅਸੀਂ ਕਿਸੇ ਬੰਦੇ ਨੂੰ ਕੁਝ ਕਹਿੰਦੇ ਹਾਂ, ਔਰ ਇੱਕ ਉਹ ਚੀਜ਼ ਹੁੰਦੀ ਹੈ ਜਦੋਂ ਅਸੀਂ ਆਪਣੇ ਮਾਲਿਕ ਨੂੰ ਕਹਿੰਦੇ ਹਾਂ। ਆਪਣੇ ਮਾਲਿਕ ਦੇ ਉੱਤੇ ਵਿਸ਼ਵਾਸ ਰੱਖ ਕੇ ਉਹਨੂੰ ਬੇਨਤੀ ਕਰਦੇ ਹਾਂ, ਮਾਲਿਕ ਰਹਿਮਤ ਕਰ, ਕਿਰਪਾ ਕਰ। ਔਰ ਫਿਰ ਜਦੋਂ ਇਨਸਾਨ ਕਹਿ ਦਿੱਤਾ ਨਾ ਆਪਣੇ ਮਾਲਿਕ ਨੂੰ, ਫਿਰ ਬੰਦਾ ਇਹ ਨਾ ਸੋਚੇ ਪਤਾ ਨਹੀਂ ਰਹਿਮਤ ਹੋਣੀ ਹੈ ਜਾਂ ਨਹੀਂ, ਪਤਾ ਨਹੀਂ ਕਿਰਪਾ ਹੋਣੀ ਹੈ ਜਾਂ ਨਹੀਂ, ਪਤਾ ਨਹੀਂ ਝੋਲੀ ਭਰਨੀ ਹੈ ਜਾਂ ਨਹੀਂ। ਫਿਰ ਤਾਂ ਇਨਸਾਨ ਯਕੀਨ ਰੱਖੇ, ਭਰੋਸਾ ਰੱਖੇ, ਜੇ ਉਹਦੇ ਦਰ ਤੱਕ ਮੇਰੀ ਪੁਕਾਰ ਪਹੁੰਚੀ ਹੈ ਨਾ ਤਾਂ ਮੈਨੂੰ ਵਿਸ਼ਵਾਸ ਹੈ ਰਹਿਮਤ ਵੀ ਜ਼ਰੂਰ। ਇਸ ਲਈ ਵਿਲੀਅਮ ਟੋਲਸ ਦੀ ਕਹਾਣੀ ਇਹ ਦੱਸਦੀ ਹੈ। ਇਸ ਲਈ ਫਿਰ ਕਵਾਂਗੇ ਕਿ ਕੈਪਟਨ ਤਾਂ ਹਾਲੇ ਤੱਕ ਨਹੀਂ ਸਮਝਿਆ ਹੋਏਗਾ, ਜਦੋਂ ਕਹਿੰਦਾ ਮੈਨੂੰ ਸਮਝ ਨਹੀਂ ਆਈ, ਪਰ ਅਸੀਂ ਸਮਝ ਗਏ ਜਦੋਂ ਇਹ ਕਹਾਣੀ ਪੜ੍ਹੀ, ਜਦੋਂ ਸੁਣਿਆ ਇਹਦੇ ਬਾਰੇ ਅਸੀਂ ਸਮਝ ਗਏ। ਪਰ ਜਿਹੜੇ ਵੀ ਉਸ ਪ੍ਰਮਾਤਮਾ ਨਾਲ ਪ੍ਰੇਮ ਕਰਨ ਵਾਲੇ ਉਹ ਸਾਰੇ ਸਮਝ ਸਕਦੇ ਆ ਕਿ ਉਹ ਇੱਕ ਸ਼ਕਤੀ ਹੈ ਜਿਹੜੀ ਕਿੱਧਰੋਂ ਇਨਸਾਨ ਨੂੰ ਕਿੱਧਰ ਨੂੰ ਮੋੜ ਦਿੰਦੀ ਹੈ, ਉਹ ਨਹੀਂ ਪਤਾ ਹੈ। ਇਸ ਲਈ ਅੱਜ ਅਗਰ ਤੁਹਾਡੇ ਜੀਵਨ 'ਚ ਕੋਈ ਮੁਸ਼ਕਿਲ ਹੈ, ਕੋਈ ਪਰੇਸ਼ਾਨੀ ਹੈ, ਤਾਂ ਨਿਰਾਸ਼ ਨਾ ਹੋਵੋ, ਕਮਜ਼ੋਰ ਨਾ ਆਪਣੇ ਆਪ ਨੂੰ ਪੈਣ ਦਿਓ। ਕਿਉਂਕਿ ਸਵਾਮੀ ਵਿਵੇਕਾਨੰਦ ਜੀ ਨੇ ਇੱਕ ਗੱਲ ਬੜੀ ਪਿਆਰੀ ਕਹੀ ਹੈ। ਸਵਾਮੀ ਵਿਵੇਕਾਨੰਦ ਜੀ ਨੇ ਇਹ ਗੱਲ ਬੜੀ ਪਿਆਰੀ ਕਹੀ ਹੈ, ਇਹ ਸਾਨੂੰ ਸਾਰਿਆਂ ਨੂੰ ਆਪਣੇ ਨਾ ਦਿਲ ਤੇ ਲਿਖ ਲੈਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਹੈ ਕਿ ਸਟਰੈਂਥ ਇਜ਼ ਲਾਈਫ, ਵੀਕਨੈਸ ਇਜ਼ ਡੈਥ। ਸਟਰੈਂਥ ਇਜ਼ ਲਾਈਫ, ਵੀਕਨੈਸ ਇਜ਼ ਡੈਥ। ਉਹ ਕਹਿੰਦੇ ਸ਼ਕਤੀ ਹੀ ਜੀਵਨ ਹੈ, ਨਿਰਵਲਤਾ ਮ੍ਰਿਤਿੂ ਹੈ। ਕਿ ਜਦੋਂ ਤੁਸੀਂ ਆਪਣੇ ਆਪ ਨੂੰ ਨਿਰਵਲ ਸਮਝ ਲਿਆ, ਕਮਜ਼ੋਰ ਸਮਝ ਲਿਆ, ਜਾਂ ਆਪਣੇ ਆਪ ਨੂੰ ਸਮਝ ਲਿਆ ਕਿ ਮੈਂ ਨਹੀਂ ਕਰ ਸਕਦਾ, ਮੇਰੇ ਤੋਂ ਨਹੀਂ ਹੋਣਾ, ਤਾਂ ਕਹਿੰਦੇ ਸਮਝ ਲੈ ਤੂੰ ਜੀਂਦੇ ਜੀ ਮਰ ਗਿਆ। ਫਿਰ ਤਾਂ ਤੂੰ ਜੀਂਦੇ ਜੀ ਮਰ ਗਿਆ। ਕਿਉਂਕਿ ਜਿਹੜੇ ਇਨਸਾਨ ਆਪਣੇ ਪ੍ਰਮਾਤਮਾ ਤੇ ਵਿਸ਼ਵਾਸ ਕਰਨ ਵਾਲੇ ਆ ਨਾ, ਉਹਨਾਂ ਸਾਹਮਣੇ ਹਾਲਾਤ ਜਿੱਦਾਂ ਦੇ ਮਰਜ਼ੀ ਆ ਜਾਣ, ਮੁਸ਼ਕਿਲ ਜਿੱਦਾਂ ਦੀ ਮਰਜ਼ੀ ਆ ਜਾਵੇ, ਸਮਾਂ ਜਿੱਦਾਂ ਦਾ ਮਰਜ਼ੀ ਆ ਜਾਵੇ, ਉਹ ਕਦੀ ਇਹ ਨਹੀਂ ਕਹਿੰਦੇ ਮੈਂ ਹਾਰ ਗਿਆ। ਉਹ ਕਹਿੰਦੇ ਹਾਲਾਤ ਜਿੰਨਾ ਮਰਜ਼ੀ ਮਾੜਾ ਹੈ, ਸਮਾਂ ਜਿੱਦਾਂ ਦਾ ਮਰਜ਼ੀ ਹੈ, ਪਰ ਮੈਨੂੰ ਯਕੀਨ ਹੈ ਆਪਣੇ ਮਾਲਿਕ ਤੇ ਕਿ ਉਹਦੀ ਸ਼ਕਤੀ ਮੇਰੇ ਨਾਲ ਹੈ, ਮੈਂ ਕਮਜ਼ੋਰ ਨਹੀਂ ਹਾਂ, ਮੈਂ ਆਪਣੇ ਸ਼ਕਤੀਸ਼ਾਲੀ ਪਿਤਾ ਦੀ ਸ਼ਕਤੀਸ਼ਾਲੀ ਸੰਤਾਨ ਹੈ, ਜਿੱਤ ਮੇਰੀ ਜ਼ਰੂਰ ਹੋਏਗੀ। ਇਹ ਵਿਸ਼ਵਾਸ ਹੈ ਅੰਦਰ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜੇ ਉਹਨਾਂ ਨੇ ਕਿਹਾ ਨਾ ਸਟਰੈਂਥ ਇਜ਼ ਲਾਈਫ ਔਰ ਵੀਕਨੈਸ ਇਜ਼ ਡੈਥ, ਕਿ ਕਮਜ਼ੋਰੀ, ਆਪਣੇ ਆਪ ਨੂੰ ਕਮਜ਼ੋਰ ਸਮਝਣਾ, ਆਪਣੇ ਆਪ ਨੂੰ ਨਿਰਵਲ ਸਮਝਣਾ, ਉਹ ਕਹਿੰਦੇ ਮ੍ਰਿਤਿੂ ਦੇ ਸਮਾਨ ਹੈ।
ਇਸ ਲਈ ਕਦੀ ਆਪਣੇ ਅੰਦਰ ਇਹ ਸਵਾਲ ਨਾ ਆਣ ਦਿਓ ਕਿ ਮੈਂ ਕਮਜ਼ੋਰ ਹਾਂ। ਉਹ ਕਿੱਦਾਂ ਕਮਜ਼ੋਰ ਹੋ ਤੁਸੀਂ? ਤੁਹਾਡਾ ਪਿਤਾ ਕੌਣ ਹੈ? ਤੁਹਾਨੂੰ ਜ਼ਿੰਦਗੀ ਦੇਣ ਵਾਲਾ ਕੌਣ ਹੈ? ਤੁਸੀਂ ਕਿਹੜੇ ਨੂਰ ਤੋਂ ਬਣੇ ਹੋ? ਤਾਂ ਕਿਉਂ ਆਪਣੇ ਆਪ ਨੂੰ ਕਮਜ਼ੋਰ ਕਹਿ ਕੇ ਆਪਣੇ ਰੱਬ ਦੀ, ਆਪਣੇ ਮਾਲਿਕ ਦੀ, ਆਪਣੇ ਪਿਤਾ ਦੀ ਤੋਹੀਨ ਕਰਦੇ ਹੋ? ਕਿਉਂ ਉਹਦੀ ਬੇਇੱਜ਼ਤੀ ਕਰਦੇ ਹੋ? ਜਿੱਦਾਂ ਇੱਕ ਰਾਜੇ ਦਾ ਬੇਟਾ ਹੋਵੇ, ਉਹ ਆਪਣੇ ਆਪ ਨੂੰ ਕਵੇ ਮੈਂ ਤਾਂ ਭਿਖਾਰੀ ਹਾਂ, ਮੈਂ ਤਾਂ ਭਿਖਾਰੀ ਹਾਂ, ਤਾਂ ਰਾਜੇ ਨੂੰ ਦੁੱਖ ਕਿੰਨਾ ਲੱਗਣਾ ਹੈ? ਉਹ ਰਾਜੇ ਦੀ ਸੰਤਾਨ ਹੋ ਕੇ, ਬਾਦਸ਼ਾਹ ਦੀ ਔਲਾਦ ਹੋ ਕੇ ਤੂੰ ਆਪਣੇ ਆਪ ਨੂੰ ਭਿਖਾਰੀ ਕਹੀ ਜਾਂਦਾ ਹੈ। ਸ਼ਰਮ ਦੀ ਗੱਲ ਹੈ। ਸਮਝਦੇ ਹੋ ਕਿ ਨਹੀਂ? ਜਿੱਦਾਂ ਕਈ ਵਾਰ ਦੱਸੇ ਨਾ, ਸ਼ੇਰ ਦੀ ਔਲਾਦ ਹੋਵੇ ਤਾਂ ਉਹਨੇ ਸ਼ੇਰ ਹੀ ਹੋਣਾ ਹੈ, ਪਰ ਸ਼ੇਰ ਹੋ ਕੇ ਕਹੇ ਮੈਂ ਤਾਂ ਗਿੱਦੜ ਹਾਂ, ਮੈਂ ਤਾਂ ਗਿੱਦੜ ਹਾਂ, ਤਾਂ ਸ਼ੇਰ ਨੂੰ ਵੀ ਸ਼ਰਮ ਆਣੀ। ਸ਼ਰਮ ਕਰ, ਸ਼ਕਲ ਦੇਖ ਆਪਣੀ। ਸ਼ੇਰ ਹੋ ਕੇ, ਸ਼ੇਰ ਦੇ ਘਰ ਜਨਮ ਲੈ ਕੇ ਆਪਣੇ ਨੂੰ ਗਿੱਦੜ ਸਮਝੀ ਜਾਂਦਾ ਤੂੰ। ਉਹ ਕਿੱਥੇ ਗਈ ਤੇਰੀ ਅਕਲ? ਕਿੱਥੇ ਗਈ ਤੇਰੀ ਸਮਝ? ਕਿਉਂ ਬੇਵਕੂਫਾਂ ਵਾਲੀਆਂ ਗੱਲਾਂ ਕਰਦਾ ਹੈ ਕਿ ਮੈਂ ਗਿੱਦੜ, ਮੈਂ ਗਿੱਦੜ? ਤੂੰ ਗਿੱਦੜ ਨਹੀਂ ਹੈ, ਤੂੰ ਕੀ ਹੈ? ਸ਼ੇਰ ਆ। ਤਾਂ ਫਿਰ ਜਦੋਂ ਤੁਸੀਂ ਵੀ ਗੱਲਾਂ ਕਰਦੇ ਹੋ ਨਾ ਮੈਂ ਕਮਜ਼ੋਰ, ਇਸ ਲਈ ਫਿਰ ਕਹਾਂਗੇ ਕਿ ਨਰ ਨਾਰਾਇਣੀ ਰੂਪ ਹੈ, नर नारायणी रूप है। ओए तू मत समझे ये देह, जो समझे तो हरि मिले, ना समझे तो खे। खे का मतलब मिट्टी हुंदा है कि नर दे अंदर ही नारायण बैठा है, ये नर दे अंदर ही नारायण छुपिया होया है। कहंदे इनू सिर्फ शरीर ही ना समझो, तू मत समझे दे, इनू सिर्फ इन्ना ही ना समझ के ये शरीर ही है। जिद्दां बंदा कहंदा शरीर ही है, हट मास दा बणिया। जरा समझना सारिਆਂ ने। कई बार बंदा की कह दिंदा है, ਉਹਨੂੰ ਪੁੱਛੋ ਤੂੰ ਕੌਣ ਹੈ? ਭਾਈ ਮੈਂ ਤਾਂ ਹੱਡ ਮਾਸ ਦਾ ਬਣਿਆ ਇੱਕ ਪੁਤਲਾ ਆ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜਿਹੜਾ ਇੰਨੀ ਕੀ ਗੱਲ ਹੀ ਸਮਝਦਾ ਨਾ ਕਿ ਮੈਂ ਹੱਡ ਮਾਸ ਦਾ ਬਣਿਆ ਪੁਤਲਾ ਆ, ਉਹ ਫਿਰ ਆਪਣੇ ਆਪ ਨੂੰ ਕਮਜ਼ੋਰ ਹੀ ਸਮਝੇ, ਕਿਉਂਕਿ ਹੱਡੀ ਵੀ ਕਮਜ਼ੋਰ ਹੁੰਦੀ ਹੈ, ਟੁੱਟ ਜਾਂਦੀ ਹੈ, ਮਾਸ ਵੀ ਕਮਜ਼ੋਰ ਹੁੰਦਾ ਹੈ, ਫਟ ਜਾਂਦਾ ਹੈ। ਹੋ ਜਾਂਦਾ ਕਿ ਨਹੀਂ? ਤਾਂ ਹੀ ਤਾਂ ਕਹਿੰਦੇ ਕਿਤੇ ਲਾਠੀ ਮਾਰੋ, ਇੱਟ ਮਾਰੋ ਤਾਂ ਖੂਨ ਨਿਕਲਣ ਲੱਗ ਜਾਂਦਾ, ਨਹੀਂ ਮਾਸ ਫਟ ਗਿਆ। ਉਹ ਜੇ ਹੱਡ ਮਾਸ ਦੇ ਪਿੰਜਰੇ ਹੀ ਆ, ਫਿਰ ਤਾਂ ਅਸੀਂ ਕਮਜ਼ੋਰ ਆ। ਫਿਰ ਤਾਂ ਕੋਈ ਵੀ ਆਏਗਾ ਮਾਰ ਕੇ ਚਲਾ ਜਾਏਗਾ, ਕੋਈ ਵੀ ਆਏਗਾ ਹਰਾ ਕੇ ਚਲਾ ਜਾਏਗਾ। ਪਰ ਜੇ ਅਸੀਂ ਸੋਚੀਏ ਕਿ ਮੈਂ ਸਿਰਫ ਹੱਡ ਮਾਸ ਦਾ ਪਿੰਜਰਾ ਨਹੀਂ ਆ, ਇਹ ਹੱਡ ਮਾਸ ਸਿਰਫ ਮੇਰਾ ਕਪੜਾ ਹੈ, ਇੱਕ ਦੇਹ ਹੈ, ਪਰ ਮੈਂ ਇਹਦੇ ਅੰਦਰ ਰਹਿਣ ਵਾਲੀ ਉਹ ਪਰਮ ਸ਼ਕਤੀ ਦਾ ਅੰਸ਼ ਹਾਂ। मैं परम शक्ति पिता दी शक्तिशाली संतान है, और जे मेरा पिता शक्तिशाली है तो कोई ताकत मैनू हरा, कोई ताकत मेरा कुछ बिगाड़। और बड़ी हैरानी सानू उदों हुंदी जदों बंदा माड़ियां माड़ियां गल्लां तो डर जांदा। मैं जी आ टूणे कोल टप गया, मेरा पता नहीं हुण की हो जाना। ਉਹ एडी ਵੱਡੀ ताकत परमात्मा तेरे कोल बैठा, तू टूणियां टिप्पियां दी फिक्र ही करी जांदा है, तू निंबूआं इलायचियां दी फिक्र ही करी जांदा है। और बड़ी हैरानी दी गल है, ਉਹ कई बार इंसान नूं कहीदा अपने अंदर बैठे मालिक ते यकीन रखो। नहीं जी आ कोई इलायची लूची बना दे, कि इलायची नहीं बनाते, समझदे हो कि नहीं? ਉਹ ਇਲਾਇਚੀਆਂ ਤੇ ਵਿਸ਼ਵਾਸ ਹੈ ਤੁਹਾਨੂੰ, ਤਾਂ ਤੁਹਾਨੂੰ ਆਪਣੇ ਅੰਦਰ ਬੈਠੇ ਰੱਬ ਤੇ ਵਿਸ਼ਵਾਸ ਹੀ ਹੈ ਨਹੀਂ, ਉਹਦੀ ਰਹਿਮਤ ਤੇ ਯਕੀਨ ਹੀ ਹੈ ਨਹੀਂ। ਇਸ ਕਰਕੇ ਅਸੀਂ ਤੁਹਾਡੇ ਅੰਦਰਲੇ ਰਹਿਮਤ ਦੇ ਤੱਤ ਨੂੰ ਇੰਨਾ ਵਧਾਉਣਾ ਚਾਹੁੰਦੇ ਹਾਂ ਕਿ ਤੁਹਾਡੇ ਅੰਦਰ ਇੱਕ ਨਿਡਰਤਾ ਆ ਜਾਵੇ, ਤੁਹਾਡੇ ਅੰਦਰ ਇੱਕ ਸਾਹਸ ਆ ਜਾਵੇ, ਤਾਂ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਖੜ ਜਾਓ ਜਿੱਥੇ ਸਾਰੀ ਦੁਨੀਆ ਜਾਣ ਤੋਂ ਡਰਦੀ ਹੈ। ਮਜ਼ਾ ਤਾਂ ਫੇਰ ਹੈ ਮਾਲਕ ਦੇ ਬੱਚੇ ਉੱਥੇ ਵੀ ਸ਼ਾਨ ਨਾਲ ਖੜ ਜਾਂਦੇ, ਉੱਥੇ ਵੀ ਸਿਰ ਚੱਕ ਕੇ ਜਾਣ ਕਿ ਜਿਸ ਡਰ ਤੇ ਸਭ ਲੋਕ ਡਰਤ ਹੈ ਉਹ ਡਰ ਗੁਰਮੁਖ ਨਹੀਂ। ਕਬੀਰ ਸਾਹਿਬ ਕਹਿੰਦੇ ਜਿਹੜੇ ਡਰ ਤੋਂ ਨਾ, ਜਿਹੜੀ ਚੀਜ਼ ਸਾਰੇ ਲੋਕਾਂ ਨੂੰ ਡਰਾਈ ਬੈਠੀ ਹੈ, ਜਿਹੜੇ ਗੁਰੂ ਦੇ ਪਿਆਰੇ ਹੁੰਦੇ ਆ, ਆਪਣੇ ਮਾਲਿਕ ਦੇ ਪਿਆਰੇ ਹੁੰਦੇ ਆ, ਉਹ ਇਦਾਂ ਦੀਆਂ ਚੀਜ਼ਾਂ ਤੋਂ ਵੀ ਡਰਦੇ ਨਹੀਂ ਹੈ। ਉਹ ਤਾਂ ਬੇਫਿਕਰ ਹੋ ਕੇ ਸੀਨਾ ਤਾਣ ਕੇ ਖੜ ਜਾਂਦੇ ਆ, ਸਮਝਦੇ ਹੋ ਕਿ ਨਹੀਂ? ਇਸ ਲਈ ਸਿਰਫ ਇਹਨੂੰ ਦੇਹੀ ਨਾ ਸਮਝੋ। ਇਸ ਲਈ ਤਾਂ ਗੁਰਬਾਣੀ ਵੀ ਕਹਿੰਦੀ ਹੈ ਕੱਪੜ ਰੂਪ ਸੁਹਾਵਣਾ। ਉਹ ਕਹਿੰਦੇ ਸਿਰਫ ਕੱਪੜਾ ਹੀ ਹੈ, ਇਹਦੇ ਅੰਦਰ ਬੈਠੀ ਸ਼ਕਤੀ ਤਾਂ ਕੁਛ ਹੋਰ ਹੈ, ਸਮਝਦੇ ਹੋ ਕਿ ਨਹੀਂ? ਇਹ ਕਹਿੰਦੇ ਕੱਪੜਾ ਹੈ ਇਹ ਦੇਹੀ, ਪਰ ਜਿਹਨੇ ਕੱਪੜੇ ਨੂੰ ਹੀ ਆਪਣਾ ਆਪ ਸਮਝ ਲਿਆ ਤਾਂ ਕੱਪੜੇ ਨੇ ਫਟਣਾ ਵੀ ਹੈ, ਪੁਰਾਣਾ ਵੀ ਹੋਣਾ ਹੈ। ਉਹ ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਕਈ ਕਹਿੰਦੇ ਹਾਏ ਹੁਣ ਬੁੱਢੇ ਹੋਈ ਚੱਲੇ ਆ, ਹੁਣ ਕਮਜ਼ੋਰ ਹੋਈ ਗਏ, ਉਮਰ ਵੱਧਦੀ ਜਾ ਰਹੀ ਹੈ, ਦਿਨ ਪ੍ਰਤੀ ਦਿਨ ਬੁੱਢੇ ਹੁੰਦੇ ਜਾ ਰਹੇ ਆ, ਕਮਜ਼ੋਰ ਹੁੰਦੇ ਜਾ ਰਹੇ। ਦਾ ਮਤਲਬ ਕੱਪੜਾ ਹੀ ਸਮਝਦੇ ਆਪਣੇ ਆਪ ਨੂੰ, ਕਿਉਂਕਿ ਕੱਪੜਾ ਜਦੋਂ ਫੈਕਟਰੀ ਚੋਂ ਨਿਕਲਣਾ ਆ ਤਾਂ ਬੜਾ ਮਜ਼ਬੂਤ ਹੁੰਦਾ, ਪਰ ਜਿੱਦਾਂ ਜਿੱਦਾਂ ਸਾਲ 2 ਸਾਲ 6 ਮਹੀਨੇ ਬੀਤਣੇ ਹੈ ਤਾਂ ਕੱਪੜਾ ਹੌਲੀ ਹੌਲੀ ਕਮਜ਼ੋਰ ਹੁੰਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਜੇ ਹੋਵੇ ਰੱਬ ਦਾ ਨੂਰ, ਤਾਂ ਇੱਕ ਗੱਲ ਦਾ ਜਵਾਬ ਦੇਣਾ ਕਿ ਰੱਬ ਦਾ ਨੂਰ ਕਦੀ ਕਮਜ਼ੋਰ ਹੋ ਸਕਦਾ ਹੈ, ਕਦੀ ਪੁਰਾਣਾ ਹੋ ਸਕਦਾ ਹੈ ਨਹੀਂ? ਤਾਂ ਫਿਰ ਤੁਸੀਂ ਹੁਣ ਆਪਣੇ ਆਪ ਨੂੰ ਪੁੱਛ ਲਓ ਕਿ ਅਸੀਂ ਆਪਣੇ ਆਪ ਨੂੰ ਕੀ ਮੰਨਣਾ ਹੈ। ਜੇ ਸਿਰਫ ਦੇਹੀ ਮੰਨਾਂਗੇ, ਕੱਪੜਾ ਹੀ ਮੰਨਾਂਗੇ ਆਪਣੇ ਆਪ ਨੂੰ, ਤਾਂ ਫਿਰ ਤਾਂ ਹੌਲੀ ਹੌਲੀ ਘਿਸੀ ਜਾਵਾਂਗੇ, ਹੌਲੀ ਹੌਲੀ ਕਮਜ਼ੋਰ ਹੁੰਦੇ ਚਲੇ ਜਾਵਾਂਗੇ। ਤਾਂ ਜੇ ਮੰਨਾਂਗੇ ਕਿ ਅਸੀਂ ਆਪਣੇ ਰੱਬ ਦਾ ਜੀਂਦੇ ਜਾਗਦੇ ਨੂਰ, ਤਾਂ ਦਿਨ ਪ੍ਰਤੀ ਦਿਨ ਸਾਡਾ ਪ੍ਰਕਾਸ਼ ਵੱਧਦਾ ਚਲਾ ਜਾਏਗਾ। ਨਹੀਂ ਯਕੀਨ ਹੁੰਦਾ ਸਾਨੂੰ ਦੇਖ ਲਓ, ਦੇਖ ਲਓ, ਸਾਨੂੰ ਤੁਹਾਡੇ ਸਾਹਮਣੇ ਐਗਜ਼ਾਮਪਲ ਬੈਠੀ ਹੈ, ਮਿਸਾਲ ਬੈਠੀ ਹੈ ਤੁਹਾਡੇ ਸਾਹਮਣੇ, ਕਿ ਦਿਨ ਪ੍ਰਤੀ ਦਿਨ ਤੁਸੀਂ ਆਪ ਦੇਖੋ
ਇਹ ਆਨੰਦ ਵਧ ਰਿਹਾ ਕਿ ਨਹੀਂ, ਇਹ એનર્ਜੀ ਵਧ ਰਹੀ ਹੈ ਕਿ ਨਹੀਂ, ਉਹ ਇਹ ਹੁੰਦਾ ਰੱਬ ਦਾ ਨੂਰ। ਇਹ ਥੋੜੀ ਕਿ ਹਾਏ ਹੁਣ ਉਮਰ ਹੋ ਗਈ ਗੋਡੇ ਦੁਖਣ ਲੱਗ ਪਏ। ਆ ਪਹਿਲਾਂ ਬਹੁਤ ਦੌੜ ਲਈਦਾ ਸੀ, ਹੁਣ ਕਿੱਥੇ ਦੌੜ ਹੁੰਦਾ, ਤਾਂ ਕਮਰ ਦੁਖਦੀ ਹੈ, ਹੁਣ ਤਾਂ ਆਹ ਦੁਖਦਾ ਹੈ, ਹੁਣ ਤਾਂ ਇੱਥੋਂ ਉੱਥੇ ਨਹੀਂ ਪੈਰ ਰੱਖ ਹੁੰਦਾ। ਉਹ ਆ ਕੋਈ ਜ਼ਿੰਦਗੀ ਹੈ ਤੁਹਾਡੀ, ਸਮਝਦੇ ਹੋ ਕਿ ਨਹੀਂ? ਮਾਲਕ ਨੇ ਚਾਹਿਆ ਤਾਂ ਆਉਣ ਵਾਲੇ ਹੋਰ ਸਮੇਂ 'ਚ ਤੁਸੀਂ ਦੇਖੋਗੇ ਕਿ એનર્ਜੀ ਹੋਰ ਵਧਣੀ ਹੈ, ਔਰ ਅਸੀਂ ਚਾਹੁੰਦੇ ਕਿ ਤੁਹਾਡੀ એનર્ਜੀ ਹੋਰ ਵਧਾਈਏ। ਉਹ ਮਜ਼ਾ ਹੀ ਜ਼ਿੰਦਗੀ ਦਾ ਇਹ ਹੈ, ਕਿਉਂਕਿ ਜੇ ਨੂਰ ਹੈ ਅਸੀਂ ਰੱਬ ਦਾ, ਤਾਂ ਰੱਬ ਦੇ ਨੂਰ ਨੂੰ ਨਾ ਕੋਈ ਮਿਟਾ ਸਕਿਆ, ਨਾ ਕੋਈ ਹਰਾ ਸਕਿਆ ਹੈ। ਉਹਦਾ ਨੂਰ ਸਦਾ ਚਮਕਦਾ ਤਾਂ ਸਦਾ ਚਮਕਦਾ ਰਹਿਣਾ ਹੈ। ਉਹਦਾ ਨੂਰ ਬਣੋ, ਤੁਸੀਂ ਉਹਦਾ ਪ੍ਰਕਾਸ਼ ਬਣੋ। ਕਿਉਂ ਆਪਣੇ ਆਪ ਨੂੰ ਮਿੱਟੀ ਸਮਝ ਕੇ ਬੈਠੇ ਹੋ? ਜਿਸ ਡਰ ਤੇ ਸਭ ਲੋਕ ਡਰਤ ਹੈ, ਉਹ ਡਰ ਗੁਰਮੁਖ ਨਹੀਂ। ਕਬੀਰ ਸਾਹਿਬ ਕਹਿੰਦੇ ਜਿਹੜੇ ਡਰ ਤੋਂ ਨਾ, ਜਿਹੜੀ ਚੀਜ਼ ਸਾਰੇ ਲੋਕਾਂ ਨੂੰ ਡਰਾਈ ਬੈਠੀ ਹੈ, ਜਿਹੜੇ ਗੁਰੂ ਦੇ ਪਿਆਰੇ ਹੁੰਦੇ ਆ, ਆਪਣੇ ਮਾਲਿਕ ਦੇ ਪਿਆਰੇ ਹੁੰਦੇ ਆ, ਉਹ ਇਦਾਂ ਦੀਆਂ ਚੀਜ਼ਾਂ ਤੋਂ ਵੀ ਡਰਦੇ ਨਹੀਂ ਹੈ। ਉਹ ਤਾਂ ਬੇਫਿਕਰ ਹੋ ਕੇ ਸੀਨਾ ਤਾਣ ਕੇ ਖੜ ਜਾਂਦੇ ਆ। ਸਮਝਦੇ ਹੋ ਕਿ ਨਹੀਂ? ਇਸ ਲਈ ਸਿਰਫ ਇਹਨੂੰ ਦੇਹੀ ਨਾ ਸਮਝੋ। ਇਸ ਲਈ ਤਾਂ ਗੁਰਬਾਣੀ ਵੀ ਕਹਿੰਦੀ ਹੈ ਕੱਪੜ ਰੂਪ ਸੁਹਾਵਣਾ। ਉਹ ਕਹਿੰਦੇ ਸਿਰਫ ਕੱਪੜਾ ਹੀ ਹੈ, ਇਹਦੇ ਅੰਦਰ ਬੈਠੀ ਸ਼ਕਤੀ ਤਾਂ ਕੁਛ ਹੋਰ ਹੈ। ਸਮਝਦੇ ਹੋ ਕਿ ਨਹੀਂ? ਇਹ ਕਹਿੰਦੇ ਕੱਪੜਾ ਹੈ ਇਹ ਦੇਹੀ, ਪਰ ਜਿਹਨੇ ਕੱਪੜੇ ਨੂੰ ਹੀ ਆਪਣਾ ਆਪ ਸਮਝ ਲਿਆ ਤਾਂ ਕੱਪੜੇ ਨੇ ਫਟਣਾ ਵੀ ਹੈ, ਪੁਰਾਣਾ ਵੀ ਹੋਣਾ ਹੈ। ਪਰ ਉਹ ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਕਈ ਕਹਿੰਦੇ ਹਾਏ ਹੁਣ ਬੁੱਢੇ ਹੋਈ ਚੱਲੇ ਆ, ਹੁਣ ਕਮਜ਼ੋਰ ਹੋਈ ਗਏ, ਉਮਰ ਵੱਧਦੀ ਜਾ ਰਹੀ ਹੈ, ਦਿਨ ਪ੍ਰਤੀ ਦਿਨ ਬੁੱਢੇ ਹੁੰਦੇ ਜਾ ਰਹੇ ਆ, ਕਮਜ਼ੋਰ ਹੁੰਦੇ ਜਾ ਰਹੇ ਆ। ਦਾ ਮਤਲਬ ਕੱਪੜਾ ਹੀ ਸਮਝਦੇ ਆਪਣੇ ਆਪ ਨੂੰ, ਕਿਉਂਕਿ ਕੱਪੜਾ ਜਦੋਂ ਫੈਕਟਰੀ ਚੋਂ ਨਿਕਲਣਾ ਆ ਤਾਂ ਬੜਾ ਮਜ਼ਬੂਤ ਹੁੰਦਾ, ਪਰ ਜਿੱਦਾਂ ਜਿੱਦਾਂ ਸਾਲ 2 ਸਾਲ 6 ਮਹੀਨੇ ਬੀਤਣੇ ਹੈ ਤਾਂ ਕੱਪੜਾ ਹੌਲੀ ਹੌਲੀ ਕਮਜ਼ੋਰ ਹੁੰਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਜੇ ਹੋਵੇ ਰੱਬ ਦਾ ਨੂਰ, ਤਾਂ ਇੱਕ ਗੱਲ ਦਾ ਜਵਾਬ ਦੇਣਾ ਕਿ ਰੱਬ ਦਾ ਨੂਰ ਕਦੀ ਕਮਜ਼ੋਰ ਹੋ ਸਕਦਾ ਹੈ, ਕਦੀ ਪੁਰਾਣਾ ਹੋ ਸਕਦਾ ਹੈ ਨਹੀਂ। ਤਾਂ ਫਿਰ ਤੁਸੀਂ ਹੁਣ ਆਪਣੇ ਆਪ ਨੂੰ ਪੁੱਛ ਲਓ ਕਿ ਅਸੀਂ ਆਪਣੇ ਆਪ ਨੂੰ ਕੀ ਮੰਨਣਾ ਹੈ। ਜੇ ਸਿਰਫ ਦੇਹੀ ਮੰਨਾਂਗੇ, ਕੱਪੜਾ ਹੀ ਮੰਨਾਂਗੇ ਆਪਣੇ ਆਪ ਨੂੰ, ਤਾਂ ਫਿਰ ਤਾਂ ਹੌਲੀ ਹੌਲੀ ਘਿਸੀ ਜਾਵਾਂਗੇ, ਹੌਲੀ ਹੌਲੀ ਕਮਜ਼ੋਰ ਹੁੰਦੇ ਚਲੇ ਜਾਵਾਂਗੇ। ਤਾਂ ਜੇ ਮੰਨਾਂਗੇ ਕਿ ਅਸੀਂ ਆਪਣੇ ਰੱਬ ਦਾ ਜੀਂਦੇ ਜਾਗਦੇ ਨੂਰ, ਤਾਂ ਦਿਨ ਪ੍ਰਤੀ ਦਿਨ ਸਾਡਾ ਪ੍ਰਕਾਸ਼ ਵੱਧਦਾ ਚਲਾ ਜਾਏਗਾ। ਨਹੀਂ ਯਕੀਨ ਹੁੰਦਾ ਸਾਨੂੰ ਦੇਖ ਲਓ, ਦੇਖ ਲਓ, ਸਾਨੂੰ ਤੁਹਾਡੇ ਸਾਹਮਣੇ ਐਗਜ਼ਾਮਪਲ ਬੈਠੀ ਹੈ, ਮਿਸਾਲ ਬੈਠੀ ਹੈ ਤੁਹਾਡੇ ਸਾਹਮਣੇ, ਕਿ ਦਿਨ ਪ੍ਰਤੀ ਦਿਨ ਤੁਸੀਂ ਆਪ ਦੇਖੋ ਇਹ ਆਨੰਦ ਵਧ ਰਿਹਾ ਕਿ ਨਹੀਂ, ਇਹ એનર્ਜੀ ਵਧ ਰਹੀ ਹੈ ਕਿ ਨਹੀਂ, ਉਹ ਇਹ ਹੁੰਦਾ ਰੱਬ ਦਾ ਨੂਰ। ਇਹ ਥੋੜੀ ਕਿ ਹਾਏ ਹੁਣ ਉਮਰ ਹੋ ਗਈ ਗੋਡੇ ਦੁਖਣ ਲੱਗ ਪਏ। ਆ ਪਹਿਲਾਂ ਬਹੁਤ ਦੌੜ ਲਈਦਾ ਸੀ, ਹੁਣ ਕਿੱਥੇ ਦੌੜ ਹੁੰਦਾ, ਤਾਂ ਕਮਰ ਦੁਖਦੀ ਹੈ, ਹੁਣ ਤਾਂ ਆਹ ਦੁਖਦਾ ਹੈ, ਹੁਣ ਤਾਂ ਇੱਥੋਂ ਉੱਥੇ ਨਹੀਂ ਪੈਰ ਰੱਖ ਹੁੰਦਾ। ਉਹ ਆ ਕੋਈ ਜ਼ਿੰਦਗੀ ਹੈ ਤੁਹਾਡੀ, ਸਮਝਦੇ ਹੋ ਕਿ ਨਹੀਂ? ਮਾਲਕ ਨੇ ਚਾਹਿਆ ਤਾਂ ਆਉਣ ਵਾਲੇ ਹੋਰ ਸਮੇਂ 'ਚ ਤੁਸੀਂ ਦੇਖੋਗੇ ਕਿ એનર્ਜੀ ਹੋਰ ਵਧਣੀ ਹੈ, ਔਰ ਅਸੀਂ ਚਾਹੁੰਦੇ ਕਿ ਤੁਹਾਡੀ એનર્ਜੀ ਹੋਰ ਵਧਾਈਏ। ਉਹ ਮਜ਼ਾ ਹੀ ਜ਼ਿੰਦਗੀ ਦਾ ਇਹ ਹੈ, ਕਿਉਂਕਿ ਜੇ ਨੂਰ ਹੈ ਅਸੀਂ ਰੱਬ ਦਾ, ਤਾਂ ਰੱਬ ਦੇ ਨੂਰ ਨੂੰ ਨਾ ਕੋਈ ਮਿਟਾ ਸਕਿਆ, ਨਾ ਕੋਈ ਹਰਾ ਸਕਿਆ ਹੈ। ਉਹਦਾ ਨੂਰ ਸਦਾ ਚਮਕਦਾ ਤਾਂ ਸਦਾ ਚਮਕਦਾ ਰਹਿਣਾ ਹੈ। ਉਹਦਾ ਨੂਰ ਬਣੋ, ਤੁਸੀਂ ਉਹਦਾ ਪ੍ਰਕਾਸ਼ ਬਣੋ। ਕਿਉਂ ਆਪਣੇ ਆਪ ਨੂੰ ਮਿੱਟੀ ਸਮਝ ਕੇ ਬੈਠੇ ਹੋ? ਬੋਲੋ ਸਮਝਦੇ ਹੋ ਕਿ ਨਹੀਂ? ਕਿਉਂ ਆਪਣੇ ਆਪ ਨੂੰ ਆ ਢੇਰੀ ਸਮਝ ਕੇ ਬੈਠੇ ਹੋ? ਢੇਰੀਆਂ ਆਪਣੇ ਆਪ ਨੂੰ ਵੀ ਢੇਰੀ ਸਮਝ ਲੈਂਦੇ, ਢੇਰੀ ਢਾਹ ਕੇ ਬਹਿ ਜਾਂਦੇ ਜਲਦੀ। ਮਾੜੀ ਗੱਲ ਹੋ ਗਈ ਕੀ ਬਣ, ਏਦਾਂ ਹੱਥ ਪੈਰ ਛੱਡ ਕੇ ਬਹਿ ਜਾਂਦੇ ਜਿੱਦਾਂ ਅੰਦਰ ਜਾਨ ਹੀ ਨਹੀਂ ਹੁੰਦੀ। इसलिए इसे एक शेर कहीदा है कि नदी की धारा बहाकर ले जाती है उन मछलियों को जो बेजान होती हैं। नदी की धारा बहाकर ले जाती है उन मछलियों को जो बेजान होती हैं। चीर कर धारा पहुंचती है अपनी मंजिल पर वो मछलियां जिनके अंदर जान होती है। एक मरी हुई मछली पानी छोड़ दो, ऐसे ही बह जाना होना। पर जी जींदी मच्छी है, ये पानी ऐनू भी जाता होएगा ना, जिन्नी मरी हो ऐदा चीरती जाएगी और पहुंचेगी अपने मकसद तक। हुण तुसीं मरी हुई मछली हो या जींदी, तो फिर ऐ काहते बह जांदे हुंदे, हाय मर गए। माड़ी जी कोई दुख की खबर सुन ली, हाय की बनू। माड़ी कोई गल हो गई, वो भाई 10,000 का है, 10,000 का घाटा पै गया, हाय मर गए। वो दाता जींदा है, दाता बैठा है, उत्ते विश्वास रख, 10 गया तो लख देगा। समझते हो कि नहीं? क्योंकि देण वाला सलामत है, तो फिर दाता की फिक्र कादी। जे दाता साथ होवे तो बंदा कदी दाता नूं देख के निराश नहीं हुंदा, बल्कि दाते नूं देख के उहदी सारी निराशा, सारी उदासी दूर हो जाती है। वो इक्को ही यकीन रखदा है कि जिसने मैनू जीवन दिता, मेरा दाता जे मेरे नाल है, तो दाता की कमी कदी मैनू, ये कह दो कमी कदी मैनू, कमी कदी मैनू, क्योंकि मेरा दाता मैनू दाता देण वाला मालिक मेरा दाता मेरे। ये जोश रखा करो अपने अंदर, फिर देखो तो जिधर जाओगे अगे बढ़ते चले जाओगे। क्योंकि जीवन दे विच लहरां तो आनियां ही है, तूफान तो आनी है, पर बेजान जे बन के पे रवांगे ना
ਹਾਏ ਮੈਂ ਮਰ ਗਿਆ, ਹਾਏ ਮੇਰੇ ਤੋਂ ਕੁਝ ਨਹੀਂ ਹੋਣਾ, ਹਾਏ ਆ ਮੁਸੀਬਤ ਦਾ ਹੱਲ ਨਹੀਂ ਹੋਣਾ। ਇਹ ਬਿਜਾਨ ਹੈ, ਇਹ ਵੀਕਨੈਸ ਹੈ। ਔਰ स्वामी विवेकानंद जी कहते वीकनेस इज डेथ, कहते कमजोरी ही मृत्यु है। इसलिए अपने आप को कमजोर ना समझ, क्योंकि एक बंदा अगर ढेरी ढा के बह गया, हुण समझ लो ढेरी ढा के अज बैठा तो बंदा कहता मौत ਉਹਦੀ 90 साल बाद, वो कहते बेशक 90 साल बाद चिता ते साड़िया गया पर मारो अज ही गया। बोलो समझ योग नहीं। इसलिए अपने आप को कभी कमजोर ना समझो, अपने अंदर कभी वीकनेस ना आन दो, अपने अंदर और शक्ति को पहचानो कि जिस शक्ति तो मैं पैदा होया वो शक्ति मेरे रोम रोम विच बसदी है, क्योंकि परमात्मा बसदा कि नहीं तुहाडे रोम रोम च? किहनूं किहनूं विश्वास है? सारिआं नूं विश्वास है कि साडे रोम रोम विच साडा मालिक वसदा है, साडे रोम रोम विच साडा ओ प्रभु वसदा है, ओ साडा मालिक वसदा है। तो जे रोम रोम विच ओ शक्तिशाली परमात्मा वसदा तो तुसीं कमजोर किदां हो सकदे हो? फिर तुसीं वीक किदां हो सकदे हो? फिर तुहानूं वीकनेस क्यों फील होंदी है? फिर तो तुहानूं हमेशा स्ट्रेंथ फील होनी चाहिए है। बोलो समझदे हो कि नहीं? फिर तो इदां होना चाहिए है कि जे डॉक्टर चैक भी करे ना, ओ भाई तेरा बीपी बड़ा डिगिया होया है या तेरा खून इन्ना घट है पर समझ नहीं आती, तू फिर खड़ा है। समझदे हो कि नहीं? तो उसले बंदा कहता मेरा खून जीरो भी हो जाए ना, बीपी जीरो भी हो जाए तो भी मेरे अंदर इन्ना विश्वास है कि मैं माउंट एवरेस्ट चढ़न की शक्ति रखता है, क्योंकि मैनू सहारा देने वाला मेरा मालिक, ਉਹ ਮੈਨੂੰ ਸੰਭਾਲਣ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ। क्योंकि दुनिया ਡਾਕਟਰਾਂ ਨਾਲ ਤੁਰਦੀ ਹੈ, ਦਵਾਈਆਂ ਨਾਲ ਤੁਰਦੀ ਹੈ, ਪਰ ਅਸੀਂ ਆਪਣੇ ਮਾਲਿਕ ਦੀਆਂ ਰਹਿਮਤਾਂ ਨਾਲ ਤੁਰਦੇ ਹਾਂ। ਔਰ ਜਿਹੜਾ ਰਹਿਮਤ ਨਾਲ ਤੁਰੇ ਉਹਨੂੰ ਗਿਰਾਉਣ ਵਾਲਾ ਕੋਈ ਹੋ ਹੀ ਨਹੀਂ ਸਕਦਾ। ਇਸ ਲਈ ਤੁਸੀਂ ਕਿਹਦੇ ਨਾਲ ਤੁਰਨਾ ਹੈ? ਰਹਿਮਤ ਨਾਲ ਤੁਰਨਾ ਹੈ ਨਾ। ਤੇ ਐ ਨਹੀਂ ਸਾਨੂੰ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹੋ। ਅੱਜ ਲੋਕ ਪਹਿਲਾਂ ਤਾਂ ਇਹ ਕਮਜ਼ੋਰੀ ਛੱਡੋ ਔਰ ਅੱਜ ਸੰਕਲਪ ਕਰੋ। ਸੰਕਲਪ ਕਰਨ ਦਾ ਮਤਲਬ ਹੈ ਆਪਣੇ ਆਪ ਨਾਲ ਵਾਅਦਾ ਕਰੋ ਕਿ ਅੱਜ ਤੋਂ ਆਪਣੇ ਆਪ ਨੂੰ ਕਮਜ਼ੋਰ ਨਹੀਂ ਮੈਂ ਸਮਝਣਾ और मैं अपने आप को शक्तिशाली समझना है और अपनी शक्ति को बढ़ाने की कोशिश करनी है। क्योंकि शक्ति, शरीरिक शक्ति, मानसिक शक्ति और आत्मिक शक्ति, ये तीन चीज़ों ते सानू थोड़ा कम करना पैंदा है। समझदे हो कि नहीं? शरीरिक शक्ति बढ़ाने वास्ते सानू की करना पैंदा है? शरीरिक शक्ति बढ़ाने वास्ते सानू बॉडी की स्ट्रेंथ बढ़ाने वास्ते सानू अच्छी खुराक लेनी पैंदी है। की करना पैंदा है? अच्छी खुराक लैनी पैंदी है, नाल एक्सरसाइज करनी पैंदी है, थोड़ी बहुती कसरत करनी पैंदी है। क्योंकि जिन्ना ज़्यादा असीं ना अपने शरीर तो मेहनत करते हैं उन्ना साडा शरीर मजबूत भी हुंदा चला जाता है। इसलिए अगर जीवन च बुरे हालात आन ना, कोई मुश्किल सामने आवे तो ये ना कोई मुश्किल क्यों आ गई, बल्कि ये सोचो ये मुश्किल मैनू मारन नहीं, मैनू हरान नहीं, मैनू मजबूत बनाना आई है। क्योंकि मुश्किलों विच दी गुजर के बंदा मजबूत बनता कि नहीं? ਹੁਣ ਕੋਈ ਤੁਹਾਡੇ ਇੱਕ ਪਾਸੇ ਥੱਪੜ ਮਾਰੀ ਜਾਵੇ ਐ ਤਾਂ ਹੁਣ ਤੁਸੀਂ ਆਪ ਦੱਸਣਾ ਕਿ ਥੋੜੇ ਸਮੇਂ ਬਾਅਦ ਨਾ ਤੁਹਾਡਾ ਉਹ ਪਾਸਾ ਮਜ਼ਬੂਤ ਹੋ ਜਾਏਗਾ। ਹੁਣ ਕਈ ਬੱਚੇ ਦੇਖੇ ਨਾ ਸਾਡੇ ਕੋਲ ਆਂਦੀ ਫਰਿਆਦ ਮਾਲਕ ਨੂੰ ਜਿੰਨਾ ਮਰਜ਼ੀ ਮਾਰ ਲਓ ਇਹ ਤੇ ਅਸਰ ਹੀ ਨਹੀਂ ਹੁੰਦਾ ਸੀ। ਹੁਣ ਮਾਰ ਮਾਰ ਕੇ ਪਕਾਈ ਇੰਨਾ ਦਿੱਤਾ ਤੁਸੀਂ, ਕਿਉਂਕਿ ਜਦੋਂ ਕਿਸੇ ਨੂੰ ਮਾਰੀ ਜਾਣਾ ਬੰਦਾ ਕਹਿੰਦਾ ਇੰਨਾ ਕੀ ਪੈਣਾ, ਹੋਰ ਕੀ ਪੈਣੀ ਹੈ। ਔਰ ਜਿਹਦੇ ਵਿਚਾਰੇ ਦੇ ਕਦੀ ਲੱਗੀ ਨਾ ਹੋਵੇ ਉਹਨੂੰ ਹੱਥ ਵੀ ਚੱਕ ਲਓ ਨਾਲ ਹੀ ਰੋਣਾ ਸ਼ੁਰੂ ਕਰ ਦੇਗਾ, ਕਿਉਂਕਿ ਉਹਦੀ ਕਦੀ ਲੱਗੀ ਨਹੀਂ। ਜਿਹਦੇ ਨਹੀਂ ਲੱਗੀ ਉਹ ਕਮਜ਼ੋਰ ਹੁੰਦਾ ਹੈ, ਤਾਂ ਜਿਹਦੇ ਲੱਗਦੀ ਹੈ ਉਹ ਕਮਜ਼ੋਰ ਹੁੰਦਾ। ਫਿਰ ਕਦੀ ਬਾਕਸਰ ਨੂੰ ਦੇਖੋ, ਕਹਿੰਦੇ ਮੁਹੰਮਦ ਅਲੀ ਨੇ ਇੱਕ ਬਾਕਸਰ ਸੀ, ਉਹਨੇ ਜਦੋਂ ਬਾਕਸਿੰਗ ਰਿੰਗ ਵਿੱਚ ਜਾਣਾ ਨਾ ਪ੍ਰੈਕਟਿਸ ਵਾਸਤੇ ਤਾਂ ਉਹਨੇ ਇਦਾਂ ਖੜ ਜਾਣਾ ਹੱਥ ਇਦਾਂ ਕਰਕੇ, ਤਾਂ ਆਪਣੇ ਸਾਹਮਣੇ ਪ੍ਰੈਕਟਿਸ ਕਰਨ ਵਾਸਤੇ ਸਾਥੀ ਨੂੰ ਕਹਿਣਾ ਮੇਰੇ ਪੇਟ 'ਚ ਮੁੱਕੇ ਮਾਰ। ਜਰਾ ਹੁਣ ਗੌਰ ਕਰਨਾ, ਤਾਂ ਉਹਨਾਂ ਸਿਰਫ ਖੜਨਾ ਹੈ ਆਪਣਾ ਸਾਹ ਰੋਕ ਕੇ, ਔਰ ਉਹਨਾਂ ਨੇ ਮੁੱਕੇ ਮਾਰਨੇ ਕਦੀ ਉਹਦੇ ਪੇਟ 'ਚ, ਕਦੀ ਪਿੱਠ ਤੇ, ਕਦੀ ਛਾਤੀ ਤੇ। ਕਿਉਂ ਬਰਵਾਉਂਦਾ ਸੀ ਉਹ ਕਿ ਅਗਰ ਇੱਥੇ ਮੈਂ ਸੱਟ ਨੂੰ ਬਰਦਾਸ਼ਤ ਕਰ ਗਿਆ ਤਾਂ ਜਦੋਂ ਮੈਂ ਰਿੰਗ 'ਚ ਮੈਚ ਲਾਉਂਗਾ ਤਾਂ ਉਹਦੇ ਮੁੱਕਿਆਂ ਦਾ ਮੇਰੇ ਤੇ ਅਸਰ ਕੋਈ, क्योंकि कोई भी इंसान प्रैक्टिस बाहर करता है और मैच में रिंग च जितया जाता है, मैदान च जितया जाता है। तो जे बाहर प्रैक्टिस ना की होवे तो मैदान में मैच भी कभी बंदा जित सकता है। हुण तुसीं पता नहीं क्यों, पता नहीं जिंदगी का मैच तुसीं जितना नहीं चाहते, तां ही तो रब नूं कहंदे रब्बा आ कोई मुसीबत ना आवे, कोई दुख ना आवे। ओए दुख तुहानूं मारन नहीं आंदे, बल्कि दुख तुहानूं मजबूत बनाउण आंदे है। क्योंकि जदों असीं दुख नूं सहन कर गए ना, गुजर गए उच्ची, ਤਾਂ ਫਿਰ ਸਾਡੀ ਸਟਰੈਂਥ, ਸਾਡੀ ਸ਼ਕਤੀ ਹੋਰ ਵੀ ਵੱਧ ਜਾਂਦੀ ਹੈ। ਇਹਦਾ ਤੁਸੀਂ ਕਦੀ ਅਭਿਆਸ ਕਰਕੇ ਦੇਖਣਾ ਨਾ, ਤੁਸੀਂ ਆਪਣਾ ਇੱਕੋ ਹੀ ਹੱਥ ਪਹਿਲਾਂ ਹੌਲੀ ਹੌਲੀ ਕਿਤੇ ਇਦਾਂ ਕਰਨਾ ਸ਼ੁਰੂ ਕਰ ਦਿਓ, ਸਮਝਦੇ ਹੋ ਕਿ ਨਹੀਂ? ਫਿਰ ਹੌਲੀ ਹੌਲੀ ਤੁਹਾਡੀ ਸਟਰੈਂਥ ਨਹੀਂ ਵਧੇਗੀ, ਜ਼ੋਰ ਨਾਲ ਹੀ ਮਾਰੋਗੇ ਤੁਹਾਡੇ ਹੱਥ ਤੇ ਕੋਈ ਅਸਰ ਜਾਂ ਚਲੋ ਇਦਾਂ ਤਾਂ ਨਹੀਂ ਕਰਨਾ। ਇਦਾਂ ਕਰ ਲਓ ਕਿ ਕਦੀ ਨਾ ਗਲਾਸ ਵਿੱਚ ਗਰਮ ਦੁੱਧ ਪਾ ਕੇ ਗਲਾਸ ਨੂੰ ਪਕੜੋ, ਫਿਰ ਛੱਡ ਦਿਓ, ਜਦੋਂ ਗਰਮ ਲੱਗੇ ਛੱਡ ਦਿਓ। रोज का अभ्यास करो ना, तो एक टाइम आएगा जो दुध उन्ना ही गर्म होएगा पर तुसी गिलास नूं हथ च आराम नाल चक सकते हो।
ਹੁਣ ਕਈ ਵਾਰ ਇੱਥੇ ਬੀਬੀਆਂ ਨੂੰ ਪਤਾ ਹੋਏਗਾ ਕਿ ਜਦੋਂ ਰੋਟੀ ਤਵੇ ਤੋਂ ਥਲਦੀਆਂ ਨਾ, ਉਹ ਬੜੇ ਮਜ਼ੇ ਨਾਲ ਚੱਕ ਕੇ ਕਰਦਾ, ਦੂਜਾ ਉਹ ਬੜੀ ਗਰਮ ਹੈ। ਜਿਹਨੇ ਕਦੀ ਹੱਥ ਨਹੀਂ ਲਾਇਆ ਉਹਨੂੰ ਗਰਮ ਹੈ, तो आराम ਨਾਲ ਚੱਕ ਕੇ ਇਦਾਂ ਇੱਥੋਂ ਇਦਾਂ, ਉਹਨਾਂ ਨੂੰ ਗਰਮੀ ਨਹੀਂ ਲੱਗਦੀ ਕਿਉਂਕਿ ਉਂਗਲੀਆਂ ਪੱਕ ਚੁੱਕੀਆਂ ਹੈ। ਸੋ ਕਿਸੇ ਵੀ ਤਕਲੀਫ 'ਚ ਜਦੋਂ ਅਸੀਂ ਗੁਜ਼ਰਦੇ ਹਾਂ ਨਾ, ਉਹ ਤਕਲੀਫ ਸਾਨੂੰ ਪਕਾਉਂਦੀ ਹੈ, ਮਜ਼ਬੂਤ ਬਣਾਉਂਦੀ ਹੈ। ਪਰ ਜਦੋਂ ਇਨਸਾਨ ਕਵੇ ਰੱਬਾ ਤਕਲੀਫ ਹੀ ਨਾ ਆਵੇ, ਇਹ ਦੁੱਖ ਨਾ ਆਵੇ ਮੇਰੇ ਜੀਵਨ 'ਚ ਕਦੀ ਵੀ, ਤਾਂ ਫਿਰ ਰੱਬ ਕਹਿੰਦਾ ਕਮਜ਼ੋਰ ਹੋ ਕੇ ਪੈਣਾ ਹੈ ਜਾਂ ਮਜ਼ਬੂਤ ਬਣਨਾ ਹੈ। ਔਰ ਕੋਈ ਬਾਪ ਕਦੀ ਨਹੀਂ ਚਾਹੁੰਦਾ ਮੇਰਾ ਬੱਚਾ ਕਮਜ਼ੋਰ ਹੋਵੇ। ਇਸ ਲਈ ਇੱਥੇ ਸਾਨੂੰ ਮਹਾਭਾਰਤ ਦੀ ਇੱਕ ਬੜੀ ਪਿਆਰੀ ਗੱਲ ਯਾਦ ਆ ਗਈ ਕਿ ਜਦੋਂ ਜੰਗ ਹੋਣੀ ਸੀ, ਯੁੱਧ ਹੋਣਾ ਸੀ ਪਾਂਡਵਾਂ ਵਿੱਚ ਔਰ ਕੌਰਵਾਂ ਵਿੱਚ, ਤਾਂ ਕਹਿੰਦੇ ਅਗਲੇ ਦਿਨ ਯੁੱਧ ਸ਼ੁਰੂ ਹੋਣਾ ਸੀ। ਤਾਂ ਸ਼ਾਮ ਦੇ ਸਮੇਂ ਦੁਰਯੋਧਨ ਕਿਹਦੇ ਕੋਲ ਗਿਆ? द्रोण ਦੇ ਕੋਲ, ਗੁਰੂ द्रोण ਦੇ ਕੋਲ। ਔਰ ਇਹ ਗੁਰੂ द्रोण ਉਹ ਸੀ ਜਿਹਨੇ ਅਰਜੁਨ ਨੂੰ ਧਨੁਸ਼ ਵਿਦਿਆ ਸਿਖਾਈ ਸੀ। ਹੁਣ ਜਦੋਂ ਦੁਰਯੋਧਨ ਗਿਆ द्रोण ਦੇ ਕੋਲ, ਤਾਂ ਦੇਖਿਆ द्रोण ਨਾ ਚਿੰਤਾ ਵਿੱਚ ਹੈ, ਥੋੜਾ ਜਿਹਾ ਟੈਨਸ਼ਨ ਵਿੱਚ ਹੈ। ਤਾਂ ਦੁਰਯੋਧਨ ਬੜਾ ਹੈਰਾਨ ਹੋਇਆ ਕਿ ਸਾਡਾ ਗੁਰੂ ਜਿਹਨੇ ਸਾਨੂੰ ਸਿੱਖਿਆ ਦਿੱਤੀ, ਵਿਦਿਆ ਸਿਖਾਈ, ਇਹ ਚਿੰਤਾ ਕਿਉਂ ਕਰ ਰਿਹਾ, ਟੈਨਸ਼ਨ 'ਚ ਕਿਉਂ ਹੈ? ਤਾਂ ਉਸ ਵੇਲੇ ਦੁਰਯੋਧਨ ਨੇ ਪੁੱਛਿਆ, ਗੁਰੂਦੇਵ ਤੁਸੀਂ ਫਿਕਰ 'ਚ ਕਿਉਂ, ਚਿੰਤਿਤ ਕਿਉਂ ਹੋ? ਤਾਂ ਉਸ ਲਈ द्रोण ਨੇ ਕਿਹਾ, ਕੱਲ ਨੂੰ ਯੁੱਧ ਸ਼ੁਰੂ ਹੋ ਜਾਣਾ, ਮੈਨੂੰ ਅਰਜੁਨ ਨੂੰ ਲੈ ਕੇ ਫਿਕਰ ਹੈ, ਕਿਉਂਕਿ ਅਰਜੁਨ ਬਹੁਤ ਅੱਛਾ ਤੀਰ ਅੰਦਾਜ਼ ਹੈ। ਇਸ ਲਈ 5 ਪਾਂਡਵਾਂ 'ਚੋਂ ਅਰਜੁਨ ਹੀ ਸਾਡੀ ਸੈਨਾ ਨੂੰ ਖਤਮ ਕਰ ਸਕਦਾ ਹੈ। ਇਸ ਲਈ ਮੈਂ ਉਹਦੇ ਬਾਰੇ ਸੋਚ ਰਿਹਾ ਹਾਂ। ਉਹ ਦੁਰਯੋਧਨ ਕਹਿੰਦਾ, ਕਮਾਲ ਦੀ ਗੱਲ ਹੈ ਗੁਰੂਦੇਵ, ਅਰਜੁਨ ਨੂੰ ਧਨੁਸ਼ ਵਿਦਿਆ ਤੁਸੀਂ ਸਿਖਾਈ ਹੈ, ਅਰਜੁਨ ਨੂੰ ਧਨੁਸ਼ ਵਿਦਿਆ ਤੁਸੀਂ ਸਿਖਾਈ ਹੈ, ਤਾਂ ਤੁਸੀਂ ਉਹਦੇ ਕੋਲ ਡਰ ਰਹੇ ਹੋ? ਤਾਂ ਉਸ ਵੇਲੇ द्रोण ਨੇ ਇੱਕ ਗੱਲ ਕਹੀ ਬੜੀ ਪਿਆਰੀ, ਉਹ ਗੱਲ ਸਾਡੇ ਸਾਰਿਆਂ ਵਾਸਤੇ ਬੜੀ ਸਮਝਣ ਵਾਲੀ ਹੈ। ਤਾਂ ਉਸ ਵੇਲੇ द्रोण ਕਹਿੰਦਾ ਕਿ ਦੁਰਯੋਧਨ ਠੀਕ ਹੈ, ਅਰਜੁਨ ਨੂੰ ਧਨੁਸ਼ ਵਿਦਿਆ ਮੈਂ ਸਿਖਾਈ ਹੈ ਬਾਹਰੋਂ, ਕਿਉਂਕਿ ਮੈਂ ਉਹਨੂੰ ਬਾਹਰੋਂ ਉਹ ਸਾਰੇ ਹੁਨਰ ਸਿਖਾਏ ਜੋ ਇੱਕ ਧਨੁਸ਼ਧਾਰੀ ਦੇ ਅੰਦਰ ਹੋਣੇ ਚਾਹੀਦੇ ਹੈ। ਪਰ ਆ ਜਿਹੜੇ ਤੂੰ ਉਹਨਾਂ ਨੂੰ 13 ਸਾਲ ਦਾ ਬਨਵਾਸ ਦਿੱਤਾ ਨਾ, ਇਹ 13 ਸਾਲ ਦੇ ਬਨਵਾਸ ਨੇ ਜੰਗਲ ਜੰਗਲ ਘੁੰਮ ਕੇ, ਭਟਕ ਕੇ, ਤਕਲੀਫਾਂ ਚੱਲ ਕੇ ਉਹ 5 ਪਾਂਡਵਾਂ ਨੂੰ ਅੰਦਰੋਂ ਇੰਨੇ ਮਜ਼ਬੂਤ ਬਣਾ ਦਿੱਤਾ ਹੈ ਕਿ ਹੁਣ ਕੋਈ ਉਹਨਾਂ ਨੂੰ ਗਿਰਾ ਸਕਦਾ ਹੀ ਨਹੀਂ। ਇਸ ਲਈ ਜੇ ਤੂੰ 13 ਸਾਲ ਦਾ ਬਨਵਾਸ ਦੇਣ ਦੀ ਬਜਾਏ ਸਿੱਧਾ ਯੁੱਧ 'ਚ ਖੜਾ ਕਰ ਦਿੰਦਾ ਤਾਂ ਅਰਜੁਨ ਨੇ ਮਰਨਾ ਸੀ ਮੇਰੇ ਹੱਥੋਂ। ਪਰ ਹੁਣ ਇਹ 13 ਸਾਲ ਦੀ ਮਿਹਨਤ, 13 ਸਾਲ ਦੀਆਂ ਤਕਲੀਫਾਂ, ਦੁੱਖਾਂ ਨੇ ਉਹਨਾਂ ਨੂੰ ਅੰਦਰੋਂ ਇੰਨਾ ਮਜ਼ਬੂਤ ਕਰ ਦਿੱਤਾ, ਉਹ ਇੰਨੇ ਅੰਦਰੋਂ ਮਜ਼ਬੂਤ ਹੋ ਚੁੱਕੇ ਹੈ ਕਿ ਹੁਣ ਉਹਨਾਂ ਨੂੰ ਤੋੜਨਾ ਬੜਾ ਹੀ ਮੁਸ਼ਕਿਲ ਹੈ। ਇਸ ਲਈ ਦੁਰਯੋਧਨ 13 ਸਾਲ ਦਾ ਬਨਵਾਸ ਦੇ ਕੇ ਤੂੰ ਅਰਜੁਨ ਜਾਂ ਪਾਂਡਵਾਂ ਦਾ ਕੋਈ ਨੁਕਸਾਨ ਨਹੀਂ ਕੀਤਾ, ਬਲਕਿ ਉਹਨਾਂ ਦਾ ਫਾਇਦਾ ਹੀ ਕੀਤਾ ਹੈ, ਕਿਉਂਕਿ 13 ਸਾਲ ਪਹਿਲਾਂ ਉਹ ਬੱਚੇ ਸੀ, ਕਮਜ਼ੋਰ ਸੀ, ਪਰ ਹੁਣ ਉਹੀ ਅੰਦਰੋਂ ਮਜ਼ਬੂਤ ਹੋ ਕੇ ਖੜੇ ਹੋਏ ਹੈ ਔਰ ਹੁਣ ਉਹਨਾਂ ਨੂੰ ਗਿਰਾਣਾ ਮੁਸ਼ਕਿਲ ਹੈ। ਔਰ ਇਹੀ ਚਿੰਤਾ ਦਾ ਕਾਰਨ ਹੈ ਮੇਰਾ, ਕਿਉਂਕਿ ਮੈਂ ਧਨੁਸ਼ ਵਿਦਿਆ ਬਾਹਰੋਂ ਸਿਖਾਈ, ਪਰ ਇਹ ਮੁਸੀਬਤਾਂ ਨੇ, ਇਹ ਤਕਲੀਫਾਂ ਨੇ, ਇਹ 13 ਸਾਲ ਜੰਗਲ ਘੁੰਮ ਕੇ, ਜੰਗਲੀ ਜਾਨਵਰਾਂ ਦਾ ਸਾਹਮਣਾ ਕਰਕੇ, ਮੁਸੀਬਤਾਂ ਦਾ ਸਾਹਮਣਾ ਕਰਕੇ ਉਹ ਅੰਦਰੋਂ ਇੰਨਾ ਮਜ਼ਬੂਤ ਹੋ ਚੁੱਕੇ ਹੈ ਕਿ ਮੇਰੀ ਬਾਹਰੋਂ ਸਿਖਾਈ ਹੋਈ ਧਨੁਸ਼ ਵਿਦਿਆ ਨਾਲੋਂ ਜ਼ਿਆਦਾ ਮੈਨੂੰ ਉਹਦਾ ਖਤਰਾ ਜੋ ਅੰਦਰੋਂ ਉਹ ਮਜ਼ਬੂਤ ਹੋ ਗਏ। ਹੁਣ ਇਹ ਤੋਂ ਕੀ ਗੁਰੂ ਦਾ ਕਹਿਣ ਦਾ ਮਤਲਬ ਕੀ ਸੀ ਕਿ ਬਾਹਰੋਂ ਅਸੀਂ ਜਿੰਨੀ ਮਰਜ਼ੀ ਵਿਦਿਆ ਸਿੱਖੀ ਜਾਈਏ ਕਿਸੇ ਸਕੂਲ ਕਾਲਜ 'ਚ ਬਹਿ ਕੇ, ਕਈ ਵਾਰ ਬੰਦਾ ਕਹਿੰਦਾ ਕਾਲਜ 'ਚ ਜਾਣਾ ਇੱਥੇ ਏਸੀ ਲੱਗਾ ਹੋਣਾ ਚਾਹੀਦਾ ਹੈ, ਆ ਸਕੂਲ ਵਿੱਚ ਜਾਣਾ ਏਸੀ ਲੱਗਾ ਹੋਣਾ ਚਾਹੀਦਾ ਹੈ, ਤਾਂ ਏਸੀ ਵਾਲੀਆਂ ਕਲਾਸਾਂ 'ਚ ਬਹਿ ਕੇ ਤੁਸੀਂ ਉਨੇ ਮਜ਼ਬੂਤ ਨਹੀਂ ਬਣ ਸਕਦੇ ਕਿਤਾਬਾਂ ਪੜ੍ਹ ਕੇ, ਜਿੰਨਾ ਤੁਸੀਂ ਜੀਵਨ ਦੇ ਅਨੁਭਵ ਤੋਂ ਠੋਕਰਾਂ ਖਾ ਕੇ ਸਿੱਖ ਸਕਦੇ ਹੋ, ਮਜ਼ਬੂਤ ਬਣ ਸਕਦੇ ਹੋ, ਉਨਾ ਗਿਆਨ ਤੁਹਾਨੂੰ ਸਕੂਲਾਂ ਕਾਲਜਾਂ 'ਚੋਂ ਨਹੀਂ ਮਿਲ ਸਕਦਾ। ਇਸ ਲਈ ਜਦੋਂ ਜੀਵਨ 'ਚ ਦੁੱਖ ਆਵੇ ਤਾਂ ਸਮਝ ਲਓ ਮੇਰਾ ਮਾਲਿਕ ਮੈਨੂੰ ਪਿਆਰ ਕਰਦਾ ਹੈ, ਉਹ ਮੈਨੂੰ ਹੋਰ ਮਜ਼ਬੂਤ ਬਣਾਣਾ। ਜਦੋਂ ਕੋਈ ਬੁਰੀ ਸਿਚੁਏਸ਼ਨ ਆਵੇ ਤਾਂ ਸਮਝ ਲਓ ਉਹ ਮੇਰਾ ਮਾਲਿਕ ਇਹ ਸਿਚੁਏਸ਼ਨ ਦੇ ਕੇ ਮੇਰੀ ਸਮਝ ਨੂੰ, ਮੇਰੀ ਬੁੱਧੀ ਨੂੰ, ਮੇਰੇ ਅਕਲ ਨੂੰ ਹੋਰ ਵਧਾਉਣਾ ਚਾਹੁੰਦਾ ਹੈ, ਤਾਂ ਕਿ ਇਸ ਸਿਚੁਏਸ਼ਨ ਦਾ ਮੁਕਾਬਲਾ ਕਰ, ਇਹਦਾ ਸਾਹਮਣਾ ਕਰ। ਔਰ ਇਹ ਚੁਣੌਤੀ ਹੈ, ਇੱਕ ਐਸਾ ਸਵਾਲ ਹੈ ਜਿਹਦਾ ਜਵਾਬ ਲੱਭ ਔਰ ਅੱਗੇ ਗੁਜ਼ਰ ਜਾ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਜਿਹੜਾ ਬੰਦਾ ਕਵੇ ਮੁਸੀਬਤ ਨੂੰ ਦੇਖ ਕੇ ਹਾਏ ਮੈਂ ਤਾਂ ਮਰ ਗਿਆ, ਜਿੱਦਾਂ ਕਿਹਾ ਨਾ ਬੱਚਾ ਪੇਪਰ ਦੇਖ ਕੇ ਕਵੇ ਮੈਂ ਤਾਂ ਮਰ ਗਿਆ, ਪੇਪਰ ਬੜਾ ਔਖਾ ਹੈ, ਤਾਂ ਫਿਰ ਇਦਾਂ ਦਾ ਬੱਚਾ ਕਦੀ ਅਗਲੀ ਕਲਾਸ ਵਿੱਚ, ਇਹ ਪਹਿਲੀ ਜਾਂ ਤਾਂ ਪਹਿਲੀ 'ਚ ਰਹੇ ਨਾ, ਦੂਜੀ ਜਾਂ ਤਾਂ ਦੂਜੀ 'ਚ ਰਹੇ ਨਾ, ਪੰਜਵੀਂ ਜਾਂ ਤਾਂ ਪੰਜਵੀਂ 'ਚ ਰਹਿ ਜਾਣਾ ਹੈ। ਪਰ ਜਿਹੜਾ ਬੱਚਾ ਕਹਿੰਦਾ ਕੋਈ ਨਹੀਂ, ਸਵਾਲ ਜਿੰਨਾ ਮਰਜ਼ੀ ਔਖਾ ਹੈ, ਮੈਂ ਹਰ ਔਖੇ ਤੋਂ ਔਖੇ ਸਵਾਲ ਦਾ ਜਵਾਬ ਲੱਭਣ ਦੀ, ਜਵਾਬ ਲਿਖਣ ਦੀ ਕੋਸ਼ਿਸ਼ ਕਰਨੀ ਹੈ, ਤਾਂ ਜਦੋਂ ਜਵਾਬ ਲੱਭਿਆ ਜਾਵੇ ਤਾਂ ਮਿਲ ਜਾਂਦਾ ਕਿ ਨਹੀਂ? ਕਿਉਂਕਿ ਐਸਾ ਕੋਈ ਸਵਾਲ ਹੀ ਨਹੀਂ ਹੈ ਜਿਹਦਾ ਜਵਾਬ ਕਹਿ ਦਿਓ ਨਾ ਹੋਵੇ। ਹੁਣ ਜਿੱਦਾਂ ਦੇ ਮਰਜ਼ੀ ਸਵਾਲ ਪੁੱਛ ਲਓ, ਕਈ ਵਾਰ ਟੀਚਰ ਇਦਾਂ ਦੇ ਸਵਾਲ ਹੀ ਪੁੱਛ ਲੈਂਦੇ ਨੱਥੂ ਲਾਲ ਨੂੰ ਪੁੱਛੇ। ਬੋਲੋ ਸਮਝਦੇ ਹੋ ਕਿ ਨਹੀਂ? ਪੇਪਰਾਂ ਦੇ ਵਿੱਚ ਇੱਕ ਟਾਈਮ ਆ ਗਿਆ ਕਿ ਜਦੋਂ ਟੀਚਰ ਕਹਿੰਦੀ ਮੈਂ ਤੁਹਾਨੂੰ ਤਸਵੀਰ ਦਿਖਾਣੀ ਹੈ ਪੰਛੀਆਂ ਦੇ ਪੈਰਾਂ ਦੀ,
ਮੈਂ ਤੁਹਾਨੂੰ ਤਸਵੀਰ ਦਿਖਾਣੀ ਹੈ ਪੰਛੀਆਂ ਦੇ ਪੈਰਾਂ ਦੀ, ਤੁਸੀਂ ਪੈਰ ਦੇਖ ਕੇ ਦੱਸਣਾ ਹੈ ਕਿ ਪੰਛੀ ਕਿਹੜਾ ਹੈ। ਹੁਣ ਇੱਕ ਪੰਛੀ ਤਸਵੀਰ ਦਿਖਾਈ, ਦੱਸੋ ਪੰਛੀ ਕਿਹੜਾ? ਨੱਥੂ ਲਾਲ ਕਹਿੰਦਾ ਮੈਡਮ ਪਤਾ ਨਹੀਂ। ਮੈਡਮ ਨੇ ਕਹਿੰਦੀ ਅੱਛਾ। ਦੂਜਾ ਪੰਛੀ ਦੀ ਤਸਵੀਰ ਦਿਖਾਈ ਪੈਰਾਂ ਦੀ, ਕੱਲੀ ਪੈਰਾਂ ਦੀ ਫੋਟੋ, ਕਹਿੰਦੀ ਦੱਸ ਇਹ ਪੰਛੀ ਕਿਹੜਾ ਹੈ? ਕਹਿੰਦਾ ਜੀ ਪਤਾ ਨਹੀਂ। ਇੱਦਾਂ ਹੀ ਉਹਨੇ 10 ਕੁ ਪੰਛੀਆਂ ਦੀ ਤਸਵੀਰ ਪੁੱਛੀ, ਦਿਖਾਈ ਪੈਰਾਂ ਦੀ, ਕਹਿੰਦਾ ਦੱਸ ਕਿਹੜਾ? ਕਹਿੰਦੀ ਨਹੀਂ। ਕਹਿੰਦੀ ਆ ਜਾ ਫਿਰ ਇੱਧਰ, ਆ ਜਾ ਇੱਧਰ, ਤੂੰ ਫੇਲ ਹੈ ਕਾਕਾ ਪੇਪਰਾਂ 'ਚੋਂ। ਹੁਣ ਮੈਂ ਤੇਰਾ ਨਾ ਨਾਮ ਲਿਖਣ ਲੱਗੀ ਫੇਲਾਂ 'ਚ, ਤੇਰਾ ਨਾਮ ਕੀ ਹੈ? ਤੇਰੇ ਪਿਤਾ ਦਾ ਨਾਮ ਕੀ ਹੈ? ਦੱਸ ਮੈਨੂੰ ਜਲਦੀ, ਤਾਂ ਕਿ ਮੈਂ ਇੱਥੇ ਲਿਖਾਂ, ਕਿਉਂਕਿ ਉਹ ਇੰਸਪੈਕਟਰ ਆਈ ਸੀ। ਦੱਸ ਮੈਂ ਲਿਖਾਂ ਇੱਥੇ। ਤਾਂ ਉਸ ਵੇਲੇ ਨੱਥੂ ਲਾ ਕੇ ਨਾ ਇੱਕ ਮਿੰਟ ਟੀਚਰ ਆ ਮੇਰਾ ਪੈਰ ਦੇਖੋ। ਦੇਖ ਲਿਆ, ਹੁਣ ਆਪੇ ਨਾਮ ਪੁੱਛ ਲਓ। ਨਹੀਂ ਦੋਗ ਨਹੀਂ, ਜੇ ਤਾਂ ਪੰਛੀਆਂ ਦੇ ਪੰਜਾ ਦਿਖਾ ਕੇ ਨਾਮ ਪੁੱਛੋ, ਤੁਸੀਂ ਮੇਰਾ ਪੈਰ ਦੇਖ ਕੇ ਨਾਮ ਪੁੱਛ ਲਓ ਮੇਰਾ ਨਾਮ ਕੀ ਹੈ। ਫਿਰ ਟੀਚਰ ਕਹਿੰਦੀ ਇਹ ਕੀ ਮਤਲਬ? ਉਹ ਕਹਿੰਦਾ ਮਤਲਬ ਇਹੀ ਹੈ ਮੈਡਮ, ਕਦੀ ਪੈਰ ਦੇਖ ਕੇ ਨਾਮ ਦਾ ਪਤਾ, ਸ਼ਕਲ ਦਿਖਾਓ ਫਿਰ ਪਤਾ ਲੱਗੇਗਾ, ਕਿਉਂਕਿ ਹਰ ਸਵਾਲ ਦਾ ਜਵਾਬ ਹੁੰਦਾ ਹੈ। ਹੁਣ ਜਦੋਂ ਨੱਥੂ ਲਾਲ ਨੇ ਗੱਲ ਕਹੀ, ਮੈਡਮ ਕਹਿੰਦੀ ਗੱਲ ਤਾਂ ਸਹੀ ਹੈ। ਹੁਣ ਚੱਲ ਹੁਣ ਫੋਟੋ ਦਿਖਾਉਂਦੀ ਆ ਪੂਰੀ, ਫੇਰ ਦੱਸ। ਤਾਂ ਫਿਰ ਨੱਥੂ ਲਾਲ ਨੇ ਦੱਸਿਆ ਚਿੜੀ ਦੀ ਹੈ, ਕਾਂ ਦੀ ਹੈ, ਤੋਤੇ ਦੀ ਹੈ। ਸੋ ਅਗਰ ਹੁਣ ਨੱਥੂ ਲਾਲ ਉੱਥੇ ਹਾਰ ਮੰਨ ਕੇ ਬਹਿ ਜਾਂਦਾ ਫਿਰ ਤਾਂ ਫੇਲ ਹੀ ਹੋਣਾ ਸੀ। ਪਰ ਉਹਨੇ ਦੇਖਿਆ ਮੈਡਮ ਗਲਤੀ ਕਰ ਰਹੀ ਹੈ, ਉਹਨੇ ਮੈਡਮ ਨੂੰ ਵੀ ਇਦਾਂ ਦਾ ਜਵਾਬ ਦਿੱਤਾ ਕਿ ਮੈਡਮ ਨੂੰ ਆਪਣੇ ਗਲਤ ਸਵਾਲ ਨੂੰ ਵੀ ਸਹੀ। ਸੋ ਅਸੀਂ ਕਹਾਂਗੇ ਹੁਣ ਜੇ ਬੱਚਾ ਕੋਈ ਉਦਾਂ ਦਾ ਹੁੰਦਾ, ਲੈ ਵੀ ਇਦਾਂ ਦਾ ਸਵਾਲ ਹੈ, ਹਾਰ ਗਏ, ਫੇਲ ਹੋ ਗਏ। ਨਹੀਂ, ਅਸੀਂ ਫੇਲ ਨਹੀਂ ਹੋਣਾ, ਕਿਉਂਕਿ ਹਰ ਸਵਾਲ ਦਾ ਜਵਾਬ ਲੱਭਣਾ ਪੈਣਾ, ਥੋੜਾ ਜਿਹਾ ਥੋੜਾ ਤਲਾਸ਼ ਕਰਨਾ ਪੈਂਦਾ ਹੈ। ਔਰ ਇਸੇ ਤਰ੍ਹਾਂ ਹਰ ਮੁਸ਼ਕਿਲ ਦਾ ਹੱਲ ਵੀ, ਜਿੱਦਾਂ ਇੱਕ ਕਹਾਵਤ ਹੈ ਨਾ ਕਿ ਹਰ ਤਾਲੇ ਦੀ ਚਾਬੀ ਹੁੰਦੀ ਹੈ, ਕਿਉਂਕਿ ਕੋਈ ਵੀ ਤਾਲਾ ਬਿਨਾਂ ਚਾਬੀ ਤੋਂ ਕਦੀ, ਕੋਈ ਐਸਾ ਤਾਲਾ ਹੈ ਹੀ ਨਹੀਂ ਜਿਹਨੂੰ ਖੋਲਿਆ ਨਾ ਜਾ ਸਕੇ। ਬੋਲੋ ਸਮਝਦੇ ਹੋ ਕਿ ਨਹੀਂ? ਇਸੇ ਤਰ੍ਹਾਂ ਜੇ ਤੁਹਾਡੇ ਜੀਵਨ 'ਚ ਕੋਈ ਮੁਸੀਬਤ ਹੈ, ਤੁਹਾਡੇ ਜੀਵਨ 'ਚ ਕੋਈ ਪਰੇਸ਼ਾਨੀ ਹੈ, ਤੁਹਾਡੇ ਜੀਵਨ 'ਚ ਕੋਈ ਚਿੰਤਾ ਹੈ, ਜਾਂ ਕੋਈ ਦੁੱਖਾਂ ਦਾ ਤਾਲਾ ਲੱਗਿਆ ਹੋਇਆ ਨਾ, ਤੇ ਇਹ ਨਾ ਸੋਚੋ ਹਾਏ ਕਦੀ ਖੁੱਲਣਾ ਨਹੀਂ ਹੈ, ਮੈਂ ਤਾਂ ਮਰ ਜਾਣਾ ਹੈ। ਉਹ ਨਹੀਂ, ਮੈਨੂੰ ਯਕੀਨ ਹੈ, ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਤੇ, ਮਿਹਨਤ ਮੈਂ ਕਰਨੀ ਹੈ, ਰਹਿਮਤ ਮੇਰੇ ਮਾਲਿਕ ਨੇ ਕਰਨੀ ਹੈ, ਬੜੇ ਤੋਂ ਬੜੇ ਤਾਲੇ ਖੁੱਲਣਗੇ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਕਹਿੰਦੇ ਹੈ ਕਿ ਜੇ ਬੰਦਾ ਸੋਚ ਲਵੇ ਨਾ, ਵਿਸ਼ਵਾਸ ਰੱਖੇ, ਤਾਂ ਫਿਰ ਕੀ ਨਹੀਂ ਹੋ ਸਕਦਾ। ਜਿੱਦਾਂ ਦੱਸਿਆ ਨਾ, ਅਸੰਭਵ ਵੀ ਸੰਭਵ ਹੋ ਸਕਦਾ ਹੈ। ਬਸ ਆਪਣੇ ਰੱਬ ਤੇ ਯਕੀਨ ਹੋਣਾ ਚਾਹੀਦਾ ਹੈ, ਆਪਣੇ ਰੱਬ ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ। ਇਸ ਲਈ ਫਿਰ ਕਹਾਂਗੇ ਕਿ ਨਰ ਨਾਰਾਇਣੀ ਰੂਪ ਹੈ, ਤੂੰ ਮਤ ਸਮਝੇ ਦੇਹ, ਜੋ ਸਮਝੇ तो हरी मिले, ना समझे तो, कि जे समझ लिया ना ਇਹਦੇ ਅੰਦਰ ਬੈਠੀ ਸ਼ਕਤੀ ਨੂੰ, ਤਾਂ ਫਿਰ ਹਰੀ ਨਾਲ ਮੁਲਾਕਾਤ ਹੋਏਗੀ, ਫਿਰ ਹਰੀ ਦਾ ਰੂਪ ਹੋ ਜਾਵਾਂਗੇ, ਫਿਰ ਹਰੀ ਦੀਆਂ ਸ਼ਕਤੀਆਂ ਸਾਡੀ ਸਹਾਇਤਾ ਵਾਸਤੇ ਸਾਡੇ ਨਾਲ ਚੱਲਣਗੀਆਂ। ਤਾਂ ਜੇ ਅਸੀਂ ਮੰਨ ਕੇ ਆਪਣੇ ਆਪ ਨੂੰ ਖੇ ਬੈਠੇ ਉਹ ਮਿੱਟੀ ਐ ਅਸੀਂ, ਤਾਂ ਫਿਰ ਮਿੱਟੀ ਮਿੱਟੀ ਰਹੇਗੀ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ।